Good afternoon. Welcome to ਬਾਲ ਐਜੂਕੇਸ਼ਨ ਪੁਆਇੰਟ। ਬਾਲ ਐਜੂਕੇਸ਼ਨ ਪੁਆਇੰਟ ਦੇ ਆਨਲਾਈਨ ਪਲੇਟਫਾਰਮ ਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ। ਇਸ ਤੋਂ ਪਹਿਲਾਂ ਕਿ ਟੌਪਿਕ ਨੂੰ ਸਟਾਰਟ ਕੀਤਾ ਜਾਵੇ ਤਾਂ ਬੇਸਿਕਲੀ ਜੋ ਅੱਜ ਦਾ ਟੌਪਿਕ ਮੈਂ ਤੁਹਾਨੂੰ ਡਿਸਕ੍ਰਾਈਬ ਕਰੂੰਗਾ ਉਹ ਪੈਰੈਂਟਿੰਗ ਸਟਾਈਲਸ ਉੱਤੇ ਹੈ, ਜਿਵੇਂ ਕਿ ਸਕਰੀਨ ਦੇ ਉੱਤੇ ਤੁਹਾਨੂੰ ਸਭ ਨੂੰ ਦਿਖਾਈ ਦੇ ਰਿਹਾ ਹੋਵੇਗਾ। ਉਹ ਮਨ ਦੇ ਵਿੱਚ ਇੱਕ ਕੁਐਸਚਨ ਹੋਏਗਾ ਕਿ ਇਹ ਵਾਲਾ ਟੌਪਿਕ ਤਾਂ ਸਿਲੇਬਸ ਦੇ ਨਾਲ ਨਹੀਂ ਮਿਲਦਾ ਜੁਲਦਾ, ਲੇਕਿਨ ਟੌਪਿਕ ਦੇ ਨਾਲ ਇਸ ਟੌਪਿਕ ਦੇ ਵਿੱਚ ਜੋ ਅੱਜ ਦਾ ਕਲਾਸ ਆਪਾਂ ਕਰਨ ਜਾ ਰਹੇ ਹਾਂ ਉਹ ਤੁਹਾਡੀ ਆਪਣੀ ਇਸ ਟੌਪਿਕ ਦੇ ਵਿੱਚ ਇੱਕ ਟੌਪਿਕ ਦਾ ਨਾਮ ਹੈ ਸਿਲੇਬਸ ਦੇ ਵਿੱਚ ਸੋਸ਼ਲਾਈਜੇਸ਼ਨ ਪ੍ਰੋਸੈਸ। ਤੁਹਾਨੂੰ ਸਭ ਨੇ ਦੇਖਿਆ ਗਿਆ ਫਿਲਹਾਲ ਟੌਪਿਕ ਸੋਸ਼ਲਾਈਜੇਸ਼ਨ ਪ੍ਰੋਸੈਸ। ਟੌਪਿਕ ਦੇ ਵਿੱਚ ਸੋਸ਼ਲ ਪ੍ਰੋਸੈਸ ਦੇ ਵਿੱਚ ਅਸੀਂ ਗੱਲ ਕਰਦੇ ਸੀ ਪੇਰੈਂਟਸ ਦੀ, ਜੋ ਸਾਡੇ ਆਪਣੇ ਪ੍ਰਾਇਮਰੀ ਏਜੰਟ ਨੇ। ਇਸ ਤੋਂ ਪਹਿਲਾਂ ਬਾਲ ਐਜੂਕੇਸ਼ਨ ਪੁਆਇੰਟ ਦੇ ਕੰਨੀ ਤੋਂ ਤੁਹਾਨੂੰ ਆਪਣੇ 2011 ਤੋਂ ਲੈ ਕੇ 2021 ਤੱਕ ਦੇ ਕੁਐਸਚਨ ਪੇਪਰ ਜੋ ਪ੍ਰੀਵੀਅਸ ਕੁਐਸਚਨ ਪੇਪਰ ਸੀ ਉਹ ਕਰਵਾਏ ਗਏ ਸੀ। ਅਗਰ ਮੈਂ ਗੱਲ ਕਰਾਂ ਇਸ ਟੌਪਿਕ ਦੇ ਬਾਰੇ ਤਾਂ ਕੁਐਸਚਨ ਜਿਹੜੇ ਪੁੱਛੇ ਗਏ ਸੀ ਇਸ ਟੌਪਿਕ ਦੇ ਉੱਤੇ ਉਹ 2016 ਦੇ ਵਿੱਚ ਪੁੱਛਿਆ ਗਿਆ ਸੀ, ਔਰ ਦੋ ਕੁਐਸਚਨ ਪੁੱਛੇ ਗਏ ਸੀ 2014 ਦੇ ਵਿੱਚ, ਔਰ ਇੱਕ ਕੁਐਸਚਨ ਪੁੱਛਿਆ ਗਿਆ ਸੀ ਜਿਹੜਾ ਤੁਹਾਡਾ ਆਪਣੇ 2018 ਦੇ ਵਿੱਚ ਪੇਪਰ ਹੋਇਆ ਸੀ ਉਹਦੇ ਵਿੱਚ ਪੁੱਛਿਆ ਗਿਆ ਸੀ। ਠੀਕ ਹੈ, ਇਹਦੇ ਵਿੱਚ ਕੁਐਸਚਨ ਪੁੱਛ ਲੈਂਦੇ ਨੇ, ਲੇਕਿਨ 18 ਤੋਂ ਬਾਅਦ ਇਹਦੇ ਵਿੱਚ ਕੋਈ ਕੁਐਸਚਨ ਨਹੀਂ ਆਇਆ। ਲੇਕਿਨ ਫਿਰ ਵੀ ਜਦੋਂ ਮੈਂ ਕੁਐਸਚਨ ਪੇਪਰ ਤੁਹਾਨੂੰ ਕਰਵਾਇਆ ਸੀ ਪ੍ਰੀਵੀਅਸ ਐਗਜ਼ਾਮ ਪੇਪਰ ਨੂੰ ਲੈ ਕੇ, ਤਾਂ ਉਹਦੇ ਵਿੱਚ ਮੈਂ ਤੁਹਾਨੂੰ ਆਲਰੇਡੀ ਸਟਾਈਲ ਦੱਸਦੇ ਸੀਗੇ ਕਿ ਪੈਰੈਂਟਿੰਗ ਸਟਾਈਲ ਟੋਟਲ 4 ਟਾਈਪ ਦੇ ਹੁੰਦੇ ਨੇ। ਲੇਕਿਨ ਫਿਰ ਵੀ ਕੁਛ ਨਾ ਕੁਛ ਡਾਊਟ ਪੁੱਛੇ ਗਏ ਸੀ ਬੱਚੇ ਤੋਂ। ਅੱਜ ਦੀ ਬੇਸਿਕਲੀ ਜੋ ਕਲਾਸ ਹੈ ਬੱਚੇ ਦੇ ਸੋਸ਼ਲ ਪ੍ਰੋਸੈਸ ਦੇ ਵਿੱਚ ਪੈਰੈਂਟਿੰਗ ਸਟਾਈਲ ਦੇ ਉੱਤੇ ਬਣਾਈ ਗਈ ਹੈ, ਤਾਂ ਕਿ ਬੱਚੇ ਜੋ ਡਾਊਟ ਸੀ ਉਹ ਕਲੀਅਰ ਕੀਤੇ ਜਾ ਸਕਣ। ਪਹਿਲੀ ਗੱਲ ਤਾਂ ਜੋ ਇੰਟਰੋਡਕਸ਼ਨ ਪਾਰਟ ਦੇ ਵਿੱਚ ਦੱਸਿਆ ਗਿਆ ਜਾਊਗਾ ਉਹ ਸਿਰਫ ਇਹੀ ਦੱਸਿਆ ਜਾਊਗਾ ਕਿ ਪੈਰੈਂਟਿੰਗ ਹੁੰਦਾ ਕੀ ਹੈ ਔਰ ਪੈਰੈਂਟਿੰਗ ਸਟਾਈਲ ਹੁੰਦਾ ਕੀ ਹੈ, ਦੋਨਾਂ ਦਾ ਡਿਫਰੈਂਸ ਬਾਰੇ ਦੱਸਿਆ ਜਾਊਗਾ। ਤਾਂ ਆਓ ਟੌਪਿਕ ਨੂੰ ਦੇਖਦੇ ਹਾਂ। ਉਸ ਤੋਂ ਬਾਅਦ ਇਸ ਟੌਪਿਕ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਪੈਰੈਂਟਿੰਗ ਸਟਾਈਲ ਜਿਹੜੇ 4 ਟਾਈਪ ਦੇ ਹੈਗੇ ਆ, ਤਾਂ ਉਹਦੇ ਵਿੱਚ ਜਿਹੜੇ 3 ਸਟਾਈਲਸ ਨੇ ਉਹ ਪਹਿਲਾਂ ਕਿੰਨਾ ਤਰ੍ਹਾਂ ਦਿੱਤੇ ਗਏ ਸੀ 1960s ਦੇ ਵਿੱਚ ਡਾਇਨਾ ਨੇ ਦਿੱਤੇ ਸੀਗੇ, ਔਰ ਇੱਕ ਸਟਾਈਲ ਬਾਅਦ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਸੀ। ਗੱਲ ਕੀਤੀ ਜਾਵੇ ਤਾਂ ਇੱਕ ਹੋਰ ਦੇ ਦਿੱਤਾ ਗਿਆ ਸੀਗਾ, ਉਹ ਦਿੱਤਾ ਗਿਆ ਸੀ ਮਾਰਟਿਨ ਦੁਆਰਾ। ਅਗਰ ਮੈਂ ਗੱਲ ਕਰਾਂ ਪੇਪਰ ਦੇ ਅਕੋਰਡਿੰਗ ਅਗਰ ਪੁੱਛ ਲੈਣ ਤਾਂ ਡਾਇਨਾ ਦੁਆਰਾ 3 ਦਿੱਤੇ ਗਏ ਸੀਗੇ। ਡਾਇਨਾ ਨੇ 3 ਡਿਸਕ੍ਰਾਈਬ ਕੀਤੇ ਸੀ ਇਸ ਚੀਜ਼ ਤੇ, ਲੇਕਿਨ ਜਿਹੜਾ ਇੱਕ ਬਾਅਦ ਵਿੱਚ ਦਿੱਤਾ ਗਿਆ ਸੀ ਉਹ ਕਿਹਦੇ ਦੁਆਰਾ ਦਿੱਤਾ ਗਿਆ ਸੀਗਾ, ਮਾਰਟਿਨ ਦੁਆਰਾ ਦਿੱਤਾ ਗਿਆ ਸੀ। ਟੋਟਲ ਹੈਗੇ 4, ਲੇਕਿਨ ਚਾਰੋਂ ਕਿਸੇ ਨਾ ਕਿਸੇ ਅਲੱਗ-ਅਲੱਗ ਇੰਡੀਵਿਜੂਅਲੀ ਡਿਸਕ੍ਰਾਈਬ ਕੀਤੇ ਨੇ, ਜਿਹਦੇ ਵਿੱਚ 3 ਕੀਤੇ ਗਏ ਸੀ ਡਾਇਨਾ ਦੁਆਰਾ 1960 ਦੇ ਵਿੱਚ, ਲੇਕਿਨ 1960 ਤੋਂ ਬਾਅਦ ਗੱਲ ਕਰਾਂ ਤਾਂ ਮਾਰਟਿਨ ਦੁਆਰਾ ਦਿੱਤੀ ਗਈਆਂ ਸੀਗੀਆਂ। ਅੱਜ ਦਾ ਜੋ ਟੌਪਿਕ ਹੈ ਬੇਸਿਕਲੀ ਤੁਹਾਡਾ ਆਪਣਾ ਪੈਰੈਂਟਿੰਗ ਉੱਤੇ ਰਹੇਗਾ ਕਿ ਉਹ ਪੈਰੈਂਟਿੰਗ ਸਟਾਈਲ ਦਾ ਬੱਚਾ ਉੱਤੇ ਕੀ ਇਫੈਕਟ ਪੈਂਦਾ, ਅੱਜ ਉਸ ਚੀਜ਼ ਦੀ ਟੌਪਿਕ ਦੀ ਗੱਲ ਕਰਾਂਗੇ। ਜਿਵੇਂ ਹੀ ਤੁਹਾਨੂੰ ਟੌਪਿਕ ਸਕਰੀਨ ਤੇ ਦਿਖਾਈ ਦੇ ਰਿਹਾ ਹੈ, ਤੇਰੇ ਵਿੱਚ ਮੈਂ 2 ਚੀਜ਼ਾਂ ਡਿਫਰੈਂਸ਼ੀਏਟ ਕੀਤੀ ਹੋਈਆਂ ਨੇ। ਇੱਕ ਪੈਰੈਂਟਿੰਗ ਸਟਾਈਲ ਕੀ ਹੋਏਗਾ, ਔਰ ਉਸ ਤੋਂ ਬਾਅਦ ਉਸ ਪੈਰੈਂਟਿੰਗ ਸਟਾਈਲ ਦਾ ਬੱਚਾ ਉੱਤੇ ਕੀ ਇਫੈਕਟ ਪਏਗਾ। ਜਿਸ ਤਰ੍ਹਾਂ ਦੇ ਮਾਤਾ ਪਿਤਾ ਹੋਣਗੇ ਕਿ ਇਫੈਕਟ ਵੀ ਬੱਚਾ ਉਸ ਤਰੀਕੇ ਦਾ ਹੀ ਪਏਗਾ। ਤਾਂ ਉਸ ਦੀ ਟੌਪਿਕ ਦੀ ਆਪਾਂ ਗੱਲ ਕਰਾਂਗੇ। 4 ਵਾਰੀ ਅਗਰ ਦੇਖਿਆ ਜਾਵੇ ਤਾਂ 4 ਕੁਐਸਚਨ ਪੁੱਛੇ ਗਏ ਸੀ 2011 ਤੋਂ ਲੈ ਕੇ 2021 ਟਿਲ ਹੁਣ ਤੱਕ ਦੇ। ਤਾਂ ਅੱਜ ਦੀ ਜੋ ਟੌਪਿਕ ਤੁਹਾਡਾ ਆਪਣਾ ਪੈਰੈਂਟਿੰਗ ਸਟਾਈਲ ਦੇ ਵਿੱਚ ਹੀ ਹੈ ਰਹੇਗਾ। ਤਾਂ ਤੁਹਾਡਾ ਆਪਣਾ ਟੌਪਿਕ ਜਿਹੜਾ ਹੈਗਾ ਸੋਸ਼ਲਾਈਜੇਸ਼ਨ ਪ੍ਰੋਸੈਸ ਦਾ ਪਾਰਟ ਹੈ, ਇੱਕ ਸਮਾਜੀਕਰਨ ਪ੍ਰਕਿਰਿਆ ਦਾ ਪਾਰਟ ਹੈ, ਜਿਹਦੇ ਵਿੱਚ ਪੇਰੈਂਟਸ ਨੂੰ ਅਸੀਂ ਕੀ ਮੰਨਦੇ ਆ, ਪ੍ਰਾਇਮਰੀ ਏਜੰਟ ਮੰਨਦੇ ਆ। ਤੁਹਾਡੇ ਸਭ ਨੇ ਫਿਲਹਾਲ ਟੌਪਿਕ ਕੀਤਾ ਹੋਇਆ ਪ੍ਰਾਇਮਰੀ ਏਜੰਟ ਕੌਣ ਸੀਗੇ, ਸੈਕੰਡਰੀ ਗੌਨ ਏਜੰਟ ਕੌਣ ਸੀਗੇ, ਤਾਂ ਟੌਪਿਕ ਤੁਹਾਡੇ ਆਲਰੇਡੀ ਕੀਤਾ ਹੈ। ਲੇਕਿਨ ਅੱਜ ਸਟਾਈਲਸ ਦੀ ਗੱਲ ਕਰਾਂਗੇ, ਪੈਰੈਂਟਿੰਗ ਪ੍ਰੋਸੈਸ ਦੀ ਗੱਲ ਕਰਾਂਗੇ। ਤਾਂ ਦੇਖੋ ਫਸਟ ਆਫ ਆਲ ਇੰਟਰੋਡਕਸ਼ਨ ਪਾਰਟ ਦੇ ਵਿੱਚ ਸਿਰਫ ਇਹੀ ਚੀਜ਼ ਦੱਸੀ ਗਈ ਹੈ ਕਿ ਪੈਰੈਂਟਿੰਗ ਹੁੰਦਾ ਕੀ ਹੈ। ਪਹਿਲੀ ਗੱਲ ਤਾਂ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਹੈ, ਜਿਹੜੀ ਕਿ ਪੈਰੈਂਟਿੰਗ ਹੈ ਉਹਦੇ ਵਿੱਚ ਮੇਨਲੀ ਬੱਚਾ 3 ਸਾਲ ਤੱਕ ਦਾ ਰਹਿੰਦਾ ਹੈ। ਮਤਲਬ ਘਰ ਦੇ ਵਿੱਚ ਜਦੋਂ ਬੱਚਾ ਆਪਣਾ ਟਾਈਮ ਸਪੈਂਡ ਕਰਦਾ ਹੈ ਤਾਂ 2 ਜਾਂ 2.5 ਸਾਲ ਤੱਕ ਬੱਚਾ ਆਪਣੇ ਮਾਤਾ ਪਿਤਾ ਅੰਦਰ ਹੀ ਆਪਣੀ ਐਜੂਕੇਸ਼ਨ ਪ੍ਰਾਪਤ ਕਰਦਾ ਹੈ, ਜੋ ਬੇਸਿਕਲੀ ਸਾਨੂੰ ਕਿੱਥੋਂ ਮਿਲਦੀ ਹੈ ਤੁਹਾਨੂੰ ਸਭ ਨੂੰ ਪਤਾ ਹੈ, ਇੱਕ ਬਾਇਓਲੋਜੀਕਲ ਫੈਕਟਰਸ ਤੋਂ ਮਿਲਦੇ ਨੇ। ਠੀਕ ਹੈ ਜੀ, ਤੁਹਾਨੂੰ ਸਭ ਨੂੰ ਪਤਾ ਕ੍ਰੋਮੋਸੋਮਸ ਹੁੰਦੇ ਨੇ। ਠੀਕ ਹੈ, ਉਹਨਾਂ ਜਿਹੜੇ ਆਪਣੇ ਘਰਦਿਆਂ ਦੇ ਜਾਂ ਫਿਰ ਕਹਿ ਸਕਦੇ ਫੋਰ ਫਾਦਰਸ ਨੇ, ਜੋ ਸਾਡੇ ਆਪਣੇ ਪੂਰਵਜਾਂ ਨੇ, ਉਹਨਾਂ ਦੇ ਬਾਰੇ ਜਿਹੜੀ ਦਿੱਤੀ ਕੋਈ ਸਾਡੀ ਫੀਚਰਸ ਨੇ ਜਾਂ ਕਹਿ ਸਕਦੇ ਵਿਸ਼ੇਸ਼ਤਾਵਾਂ ਨੇ ਬੱਚੇ ਦੇ ਰਾਹੀਂ ਕਿਹਦੇ ਥਰੂ ਆਉਂਦੀਆਂ ਨੇ, ਇੱਕ ਤਰ੍ਹਾਂ ਬਾਇਓਲੋਜੀਕਲ ਫੈਕਟਰਸ ਦੇ ਥਰੂ ਸਾਨੂੰ ਰਿਸੀਵ ਹੁੰਦੀਆਂ ਨੇ, ਜਿਹਦੇ ਵਿੱਚ ਬੱਚਾ ਕੁਛ ਨਾ ਕੁਛ ਸਿੱਖਦਾ ਜਾਂ ਕਹਿ ਸਕਦੇ ਨਕਲ ਕਰਕੇ ਸਿੱਖ ਸਕੇ, ਇਮੀਟੇਟ ਕਰਕੇ ਸਿੱਖ ਸਕੇ। ਤਾਂ ਹੀ ਕਹਿੰਦੇ ਨੇ ਕਿ ਜਦੋਂ ਮਾਤਾ ਪਿਤਾ ਬੋਲਦੇ ਨੇ ਤਾਂ ਬੱਚਾ ਉਹਨਾਂ ਨੂੰ ਕੀ ਕਰਦਾ ਹੈ, ਕੈਚ ਕਰਦਾ ਹੈ। ਉਹਨੂੰ ਅਸੀਂ ਫਿਲਹਾਲ ਅਗਰ ਮੈਂ ਗੱਲ ਕਰਾਂ ਐਜੂਕੇਸ਼ਨ ਦੇ ਬੇਸ ਤੇ ਤਾਂ ਉਹਨੂੰ ਅਸੀਂ ਕਿਹੜੀ ਐਜੂਕੇਸ਼ਨ ਬੋਲਦੇ ਹਾਂ, ਪ੍ਰੀ ਸਕੂਲ ਐਜੂਕੇਸ਼ਨ ਬੋਲਦੇ ਹਾਂ, ਜਿਹਦੇ ਵਿੱਚ ਬੱਚਾ ਆਪਣੀ ਕਹਿੰਦੇ ਮੁੱਢਲੀ ਸਿੱਖਿਆ ਫਿਲਹਾਲ ਕਹਿ ਦਿੰਦੇ ਨੇ ਇੱਕ ਤਰ੍ਹਾਂ ਦੀਆਂ, ਬੱਚਾ ਆਪਣੇ ਮਾਤਾ ਪਿਤਾ ਦੇ ਹੇਠ ਹੀ ਸਿੱਖਦਾ ਜਦੋਂ ਬੱਚਾ 2 ਜਾਂ 2.5 ਸਾਲ ਜਾਂ 3 ਸਾਲ ਤੱਕ ਦਾ ਹੁੰਦਾ ਹੈ। ਤੇ ਇਹਨੂੰ ਅਸੀਂ ਪੈਰੈਂਟਿੰਗ ਬੋਲਦੇ ਹਾਂ, ਜਿਹਦੇ 'ਚ ਬੱਚਾ ਆਈ ਕਹਿ ਸਕਦੇ ਕਿ ਨਰਿਸ਼ਮੈਂਟ ਹੁੰਦੀ ਹੈ ਬੱਚੇ ਦੀ, ਬੱਚਾ ਵੱਧ ਤੋਂ ਵੱਧ ਗਰੋਥ ਕਰਦਾ, ਡਿਵੈਲਪਮੈਂਟ ਕਰਦਾ,
लेकिन सारी चीज़ां सानू कित्थों मिलणगियां अपने फोरफादर्स तो मिलदियां ने ऑफस्प्रिंग्स तो मिलदियां ने लेकिन टॉपिक पेरेंटिंग स्टाइल की गल करदा है तो टॉपिक काहदी गल करूंगा पेरेंटिंग स्टाइल सी अगर मैं पेरेंटिंग स्टाइल ਨੂੰ ਪ੍ਰੋਸੈਸ ਕਹਦਾ ਤਾਂ ਕਹਿਣਾ ਗਲਤ ਨਹੀਂ ਹੋਏਗਾ ਕਿਉਂਕਿ ਪੈਰੈਂਟਿੰਗ ਸਟਾਈਲ ਆਪਣੇ ਆਪ ਦੇ ਵਿੱਚ ਕੀ ਹੁੰਦੀ ਹੈ ਪ੍ਰੋਸੈਸ ਦਾ ਕੰਮ ਕਰਦੀ ਹੈ ਜਿਹਦੇ ਵਿੱਚ ਬੱਚਾ ਕਹਿ ਸਕਦੇ ਇਮੋਸ਼ਨਲੀ ਚੇਂਜ ਹੁੰਦਾ ਹੈ ਕੋਗਨੀਟਿਵ ਡਿਵੈਲਪਮੈਂਟ ਚੇਂਜ ਹੁੰਦੀ ਹੈ ਇਟ ਮੀਨ ਕਿ ਅਗਰ ਪੇਰੈਂਟਸ ਦੇ ਕੁਝ ਵੀ ਫੀਚਰਸ ਨੇ ਉਹ ਬੱਚੇ ਅੰਦਰ ਇੱਕ ਕੰਮ ਕਰਦੇ ਨੇ ਕਾਹਦਾ ਜਿਹਦੇ ਰਾਹੀਂ ਬੱਚੇ ਦਾ ਬਿਹੇਵੀਅਰ ਕੀ ਕੀਤਾ ਜਾਂਦਾ ਹੈ ਐਕਸਪ੍ਰੈਸ ਕੀਤਾ ਜਾਂਦਾ ਹੈ ਤਾਂ ਦੇਖੋ ਅਗਰ ਦੇਖਿਆ ਜਾਵੇ ਤਾਂ ਇੰਗਲਿਸ਼ ਦੇ ਅਕੋਰਡਿੰਗ ਕੀ ਮੈਂਸ਼ਨ ਕੀਤਾ ਗਿਆ ਹੈ इट इज़ कॉल्ड द पेरेंट्स एटीट्यूड ਜਿਹਦੇ ਵਿੱਚ ਅਸੀਂ ਪੇਰੈਂਟਸ ਦਾ ਐਟੀਟਿਊਡ ਦੇਖਦੇ ਹਾਂ ਬੱਚੇ ਦਾ ਐਟੀਟਿਊਡ ਦੇਖਦੇ ਹਾਂ ਐਟੀਟਿਊਡ ਆਲ ਅਬਾਊਟ ਹੈ ਇਹ ਨਹੀਂ ਕਹਿ ਸਕਦੇ ਕਿ ਨੈਗੇਟਿਵ ਹੈ ਜਾਂ ਪੋਜ਼ਿਟਿਵ ਹੈ ਆਲ ਅਬਾਊਟ ਹੈ ਜਿਸ 'ਚ ਬੱਚੇ ਦਾ ਕੋਗਨੀਟਿਵ ਡਿਵੈਲਪਮੈਂਟ ਆ ਗਿਆ ਇਮੋਸ਼ਨਲ ਡਿਵੈਲਪਮੈਂਟ ਆ ਗਿਆ ਮੋਰਲ ਡਿਵੈਲਪਮੈਂਟ ਆ ਗਿਆ ਠੀਕ ਹੈ ਜੀ ਕਲਚਰ ਡਿਵੈਲਪਮੈਂਟ ਆ ਗਏ ਸੋਸ਼ਲ ਡਿਵੈਲਪਮੈਂਟ ਆ ਗਏ ਇਹ ਸਾਰੇ ਇੱਕ ਤਰ੍ਹਾਂ ਦੇ ਬੱਚੇ ਅੰਦਰ ਪਾ ਦਿੱਤੇ ਜਾਂਦੇ ਨੇ ਕਿਹਦੇ ਥਰੂ ਤਾਂ ਕਿ ਬੱਚਾ ਇੱਕ ਤਰ੍ਹਾਂ ਦਾ ਰਿਲੇਸ਼ਨਸ਼ਿਪ ਦੇ ਵਿੱਚ ਆ ਸਕੇ ਸਮਾਜ ਦੇ ਨਾਲ ਵੀ ਔਰ ਆਪਣੇ ਘਰਦਿਆਂ ਦੇ ਨਾਲ ਵੀ ਇਹ ਜਿਹੜੀ ਚੀਜ਼ ਟ੍ਰਾਂਸਫਰ ਕੀਤੀ ਜਾਂਦੀ ਹੈ ਇੱਕ ਪ੍ਰੋਸੈਸ ਰਾਹੀਂ ਕੀਤੀ ਜਾਂਦੀ ਹੈ ਜਿਹਨੂੰ ਅਸੀਂ ਕੀ ਬੋਲਾਂਗੇ ਪੈਰੈਂਟਿੰਗ ਸਟਾਈਲਸ ਬੋਲਾਂਗੇ ਠੀਕ ਹੈ ਜੀ ਇਹ ਧਿਆਨ ਰੱਖਣਾ ਜਦੋਂ ਪੁੱਛਦੇ ਨੇ ਨਾ ਪ੍ਰੋਸੈਸ ਤੁਹਾਡੇ ਆਪਣੇ ਪੈਰੈਂਟਿੰਗ ਸਟਾਈਲ ਦੇ ਬਾਰੇ ਤੇ ਧਿਆਨ ਰੱਖਣਾ ਇੱਕ ਤਰ੍ਹਾਂ ਦੀ ਪ੍ਰੋਡਕਟ ਨਹੀਂ ਹੈਗਾ ਇਹ ਸਾਡੇ ਵਾਸਤੇ ਕੀ ਹੈ ਪ੍ਰੋਸੈਸ ਹੈ ਵੈਸੇ ਕੁਐਸਚਨ ਪੁੱਛਿਆ ਗਿਆ ਸੀ ਜਿਹੜਾ ਪੈਰੈਂਟਿੰਗ ਸਟਾਈਲ ਹੈ ਉਹ ਸਾਡੇ ਵਾਸਤੇ ਪ੍ਰੋਡਕਟ ਹੈ ਕਿ ਸਾਡੇ ਵਾਸਤੇ ਪ੍ਰੋਸੈਸ ਹੈ ਤਾਂ ਸਾਡੇ ਵਾਸਤੇ ਪ੍ਰੋਡਕਟ ਕਦੇ ਨਹੀਂ ਹੁੰਦਾ ਕਿਉਂਕਿ ਪ੍ਰੋਡਕਟ ਹਮੇਸ਼ਾ ਇੱਕ ਤਰ੍ਹਾਂ ਦੀ ਫਿਨਿਸ਼ ਪ੍ਰੋਡਕਟ ਵਿੱਚ ਪਾਈ ਜਾਂਦੀ ਹੈ ਬਣੀ ਬਣਾਈ ਚੀਜ਼ ਪਾਈ ਜਾਂਦੀ ਹੈ ਲੇਕਿਨ ਪੈਰੈਂਟਿੰਗ ਸਟਾਈਲ ਹਮੇਸ਼ਾ ਸਾਡੇ ਵਾਸਤੇ ਕਾਹਦਾ ਕੰਮ ਕਰੂਗੀ ਤੁਹਾਡੇ ਵਾਸਤੇ ਪ੍ਰੋਸੈਸ ਦਾ ਕੰਮ ਕਰੂਗੀ ਠੀਕ ਹੈ ਜੀ ਇਹ ਵੀ ਧਿਆਨ ਰੱਖਣਾ ਕਲੀਅਰ ਹੈ ਨੈਕਸਟ ਆਓ ਅੱਗੇ ਦੇ ਆਪਾਂ ਗੱਲ ਕਰੀ ਹਿਸਟਰੀ ਪਾਰਟ ਨੂੰ ਲੈ ਕੇ ਤਾਂ ਫਸਟ ਆਫ ਜਿਹੜਾ ਪੈਰੈਂਟਿੰਗ ਸਟਾਈਲ ਹੈ ਇਹ ਕਿੰਨਾਂ ਦੁਆਰਾ ਕੁਆਇੰਟ ਕੀਤਾ ਗਿਆ ਸੀ ਕਿੰਨਾਂ ਨੇ ਨਾਮ ਮੇਨਲੀ ਕਹਿ ਸਕਦੇ ਕਿ ਲੈ ਕੇ ਆਏ ਸੀਗੇ ਤਾਂ ਮੈਂ 1960s ਦੀ ਗੱਲ ਕਰੂੰਗਾ ਇਹਦੇ ਵਿੱਚ ਫਿਲਹਾਲ ਜਿਹੜੇ ਤੁਹਾਡੇ ਆਪਣੇ ਪੈਰੈਂਟਿੰਗ ਸਟਾਈਲ ਸੀ ਡਿਫਰੈਂਟ ਟਾਈਪ ਆਫ ਪੈਰੈਂਟਿੰਗ ਸਟਾਈਲ ਸੀ ਉਹ ਇੱਕ ਤਰ੍ਹਾਂ ਦੀ ਕਹਿ ਸਕਦੇ ਕਿ ਕਿਸੇ ਰਿਸਰਚਰ ਦੇ ਬੇਸ ਤੇ ਸੀਗੇ ਉਹਨਾਂ ਨੇ ਨਾਮ ਕੁਆਇੰਟ ਕੀਤਾ ਸੀ ਤਿੰਨ ਤਰ੍ਹਾਂ ਦੀ ਪੈਰੈਂਟਿੰਗ ਸਟਾਈਲ ਦਾ ਉਹਨਾਂ ਦਾ ਅਗਰ ਗੱਲ ਕਰੀਏ ਪੂਰਾ ਨਾਮ ਸਾਡੇ ਵਾਸਤੇ ਕੀ ਰਹੇਗਾ ਸਾਡੇ ਵਾਸਤੇ ਡਾਇਨਾ ਬੌਮ ਰਹੇਗਾ ਠੀਕ ਹੈ ਇਹ ਧਿਆਨ ਰੱਖਣਾ ਇੱਕ ਤਰ੍ਹਾਂ ਦੀ ਕਹਿ ਸਾਈਕੋਲੋਜਿਸਟ ਨੇ ਇਹਨਾਂ ਨੇ ਤਿੰਨ ਤਰ੍ਹਾਂ ਦੀ ਪੈਰੈਂਟਿੰਗ ਸਟਾਈਲ ਦੀ ਗੱਲ ਕੀਤੀ ਸੀ ਆਪਣੀ ਰਿਸਰਚ ਤੇ ਮੈਂ ਇੱਥੇ ਮੈਂਸ਼ਨ ਕਰ ਦੇਣਾ ਤਾਂ ਕਿ ਬੱਚਾ ਜਦੋਂ पेपर दौरान इस वीडियो में देखेगा भी फिलहाल तो देख सकता है कि डायना ने तीन तरह के पेरेंटिंग स्टाइल दिते सी लेकिन मैंने चार कहे ने बाद लेटर ऑन 1960 तो बाद एक फोर्थ एलीमेंट लेके आए सी कौन लेके आए सोडे अपने मैकोबे एंड मार्टिन ये ध्यान रखियो दो पर इंडिविजुअल का नाम डायना ने तीन तरह के पेरेंटिंग स्टाइल दिते सी अपने प्री स्कूल एज चिल्ड्रन दिते जो बेस्ड सीगे लेकिन फोर्थ वन लास्ट वन जो दिता गया सो किन्ना द्वारा दिता गया सीगा मार्टिन द्वारा टोटल है 4 लेकिन अगर पूछ लेंदे ने उन्होंने द्वारा किन्ने दिते गए तो डायना द्वारा 3 पेरेंटिंग स्टाइल दिते गए ने और मार्टिन द्वारा किन्ने ऐड किया गया एक टोटल 4 ने फिलहाल 1960 ਦੇ ਵਿੱਚ 3 ਦੀ ਗੱਲ ਕੀਤੀ ਸੀ ਡਾਇਨਾ ਨੇ ਲੇਕਿਨ 1960 ਤੋਂ ਬਾਅਦ ਲੇਟਰ ਔਨ ਕੁਝ ਸਾਲਾਂ ਮਗਰੋਂ ਮੈਕੋਬੀ ਨੇ ਇੱਕ ਹੋਰ ਐਡ ਕੀਤਾ ਜਾਨੇ ਕਿ ਟੋਟਲ ਕਿੰਨੇ ਹੋ ਚੁੱਕੇ ਨੇ 4 ਹੋ ਚੁੱਕੇ ਨੇ ਠੀਕ ਹੈ ਜੀ ਹੁਣ ਉਹਦੇ ਨਾਲ ਚਾਰਾਂ ਦੀ ਆਪਾਂ ਫਿਲਹਾਲ ਗੱਲ ਕਰਾਂਗੇ ਤਾਂ ਤੁਹਾਡੇ ਸਾਹਮਣੇ ਦਿਖਾਈ ਦੇ ਰਹੇ ਕਿ 4 ਟਾਈਪ ਦੇ ਪੈਰੈਂਟਿੰਗ ਸਟਾਈਲ ਤਾਂ ਸਭ ਤੋਂ ਪਹਿਲਾਂ ਅਗਰ ਮੈਂ ਪੰਜਾਬੀ ਔਰ ਇੰਗਲਿਸ਼ ਦੋਨਾਂ ਨੂੰ ਮਿਲਾ ਕੇ ਗੱਲ ਕਰਾਂ ਤਾਂ ਇਹੀ ਚੀਜ਼ ਹੈ ਕਿ ਪਾਲਣ ਪੋਸ਼ਣ ਦੀ ਸ਼ੈਲੀਆਂ ਦੀ ਕਿਸਮ ਕਿਸ ਤਰ੍ਹਾਂ ਦੀ ਹੋਣਗੀਆਂ ਇੱਥੇ ਬੱਚੇ ਨੂੰ ਨਰਿਸ਼ਮੈਂਟ ਦੇਣ ਦੀ ਬੱਚੇ ਨੂੰ ਗਰੋਥ ਦੇਣ ਦੀ ਬੱਚੇ ਡਿਵੈਲਪਮੈਂਟ ਕਰਨ ਵਾਸਤੇ ਟੋਟਲ 4 ਟਾਈਪ ਦੀਆਂ ਨੇ ਉਹ ਕਿਹੜੀਆਂ ਨੇ ਉਹ ਦਿਖਾਈ ਦੇ ਰਹੀਆਂ ਨੇ ਤੁਹਾਡੇ ਸਾਹਮਣੇ ਜਿਹੜੀ ਸਭ ਤੋਂ ਪਹਿਲਾਂ ਦਿੱਤੀ ਗਈ ਹੈ ਉਹ ਸਾਡੇ ਵਾਸਤੇ ਕਿਹੜੀ ਹੈ ਅਧਿਕਾਰਿਤ ਹੈ दूसरी साढ़े वास्ते तानाशाही है और थर्ड साढ़े वास्ते आज्ञाकारी है और फोर्थ साढ़े वास्ते की है गैर शामिल है गैर शामिल जाने की अनइनवॉल्वमेंट जाने कि ये अगर मैं गल करा अनइनवॉल्व नूं असीं की बोलते हैं निगलैक्टफुल भी बोलते हैं ये ध्यान रखियो पेपर दे विच कई बार दूसरा नाम पुछ लिता जाता है तो साढ़े वास्ते एक तरह की होगी निगलैक्टफुल भी होएगी बाकी चीज़ां तुहानूं पंजाबी च भी समझ आ रही ने इंग्लिश भी समझ आ रही ने ਇਹਦੇ ਵਿੱਚ ਜਿਹੜੇ ਪੇਰੈਂਟਸ ਹੋਣਗੇ ਜ਼ਿਆਦਾ ਕਹਿ ਸਕਦੇ ਕਿ ਤਾਨਾਸ਼ਾਹੀ ਹੋਣਗੇ ਆਪਣੇ ਰੂਲਸ ਨੂੰ ਲੈ ਕੇ ਬਹੁਤ ਜ਼ਿਆਦਾ ਸਟ੍ਰਿਕਟ ਹੋਣਗੇ ਔਰ ਆਪਣੇ ਬੱਚੇ ਤੋਂ ਵੀ ਇਹੀ ਚੀਜ਼ ਦੀ ਕਹਿ ਸਕਦੇ ਕਿ ਹੋਪ ਰੱਖ ਸਕਦੇ ਨੇ ਕਿ ਜਿਸ ਤਰ੍ਹਾਂ ਦੇ ਅਸੀਂ ਆ ਉਸ ਤਰ੍ਹਾਂ ਹੀ ਅੱਗੇ ਸਾਡੇ ਬੱਚੇ ਹੋਣਗੇ ਔਰ ਜਿਹੜਾ ਤੁਹਾਡੇ ਵਾਸਤੇ ਫਸਟ ਪੁਆਇੰਟ ਹੈ ਅਧਿਕਾਰਿਤ ਦੇ ਵਿੱਚ ਪੇਰੈਂਟਸ ਜਿਹੜੇ ਹੁੰਦੇ ਨੇ ਤੁਹਾਡੇ ਸਾਹਮਣੇ ਤਾਨਾਸ਼ਾਹੀ ਤਾਂ ਹੁੰਦੇ ਨੇ ਲੇਕਿਨ ਉਹ ਕੰਡੀਸ਼ਨ ਦੇ ਅਕੋਰਡਿੰਗ ਜਾਂ ਕਹਿ ਸਕਦੇ ਸਿਚੁਏਸ਼ਨ ਦੇ ਅਕੋਰਡਿੰਗ ਆਪਣੇ ਰੂਲਸ ਨੂੰ ਕੀ ਕਰ ਲੈਂਦੇ ਨੇ ਚੇਂਜ ਕਰ ਲੈਂਦੇ ਨੇ ਠੀਕ ਹੈ ਇੱਕ ਇੱਕ ਕਰਕੇ ਨਾ ਸਭ ਦੀ ਆਪਾਂ ਗੱਲ ਕਰਾਂਗੇ ਫਿਲਹਾਲ ਔਰ ਲੇਡੀ ਲਾਸਟ ਤੁਹਾਡੇ ਆਪਣੇ ਥਰਡ ਵਨ ਹੈ ਪਰਮਿਸਿਵ ਇਹਦੇ ਵਿੱਚ ਕੀ ਹੋਣਗੇ ਆਗਿਆਕਾਰੀ ਹੋਣਗੇ ਪੇਰੈਂਟਸ ਬੱਚੇ ਦੀ ਵੀ ਸੁਣਨਗੇ
ਬੱਚੇ ਪੇਰੈਂਟਸ ਵੀ ਸੁਣਨਗੇ, मतलब कि ਇੱਕ ਦੂਜੇ ਨਾਲ ਸ਼ੇਅਰਿੰਗ ਹੋਏਗੀ, ਇੱਕ ਬੌਂਡਿੰਗ ਹੋਏਗੀ ਕਾਦੀ ਫਰੈਂਡਸ਼ਿਪ ਦੀ। ਫਰੈਂਡਲੀ ਨੇਚਰ ਦੇ ਨਾਲ ਬੱਚੇ ਨਾਲ ਕੀ ਹੋਣਗੇ ਬਿਹੇਵੀਅਰ ਨੂੰ ਐਕਸਪ੍ਰੈਸ ਕੀਤਾ ਜਾਊਗਾ। ਇਹ ਟੋਟਲ 4 ਟਾਈਪ ਦੇ ਨੇ। ਪਹਿਲਾ ਆ ਗਿਆ ਤੁਹਾਡੇ ਸਾਹਮਣੇ ਅਥੋਰਿਟਿਵ, ਦੂਸਰਾ ਆਉਂਦਾ ਤੁਹਾਡੇ ਵਾਸਤੇ ਅਥੋਰੀਅਨ, ਥਰਡ ਵਨ ਤੁਹਾਡੇ ਵਾਸਤੇ ਹੁੰਦਾ ਪਰਮਿਸਿਵ, ਔਰ ਲਾਸਟ ਵਨ ਤੁਹਾਡੇ ਵਾਸਤੇ ਕੀ ਹੁੰਦਾ ਅਨਇਨਵੋਲਵਡ। ਅਨਇਨਵੋਲਵਡ ਦਾ ਦੂਜਾ ਨਾਮ ਸਾਡੇ ਵਾਸਤੇ ਕੀ ਹੋਏਗਾ ਨਿਗਲੈਕਟਫੁਲ ਵੀ ਹੋਏਗਾ। ਇਹਦੇ ਚ ਜਿਹੜੇ ਪੇਰੈਂਟਸ ਹੋਣਗੇ ਬੱਚੇ ਨੂੰ ਨਜ਼ਰਅੰਦਾਜ਼ ਕਰਦੇ ਨੇ ਵੀ ਜੋ ਕਰਦਾ ਬੱਚਾ ਕਰੀ ਜਾਣ ਦੋ, ਜਾਂ ਜੋ ਅਸੀਂ ਕਰਦੇ ਪਏ ਆ ਅਸੀਂ ਕਰੀ ਜਾਵਾਂਗੇ। ਮਤਲਬ ਕਿ ਨਿਗਲੈਕਟਫੁਲ ਦੇ ਵਿੱਚ ਇੱਕ ਕਿਸਮ ਐਸੀ ਹੁੰਦੀ ਹੈ ਕਿ ਇਹਦੇ ਵਿੱਚ ਜਾਂ ਤਾਂ ਪੇਰੈਂਟ ਫਾਈਨੈਂਸ਼ੀਅਲੀ ਸਟ੍ਰੈਸ ਦੇ ਵਿੱਚ ਹੁੰਦੇ ਨੇ ਵੀ ਹਾਂ ਉਹਨਾਂ ਨੂੰ ਸਿਰਫ ਆਪਣੀ ਲਾਈਫ ਤੋਂ ਮਤਲਬ ਹੈ ਕਿ ਜਿੰਨਾ ਸਾਨੇ ਪੈਸਾ ਲੋਕਾਂ ਨੂੰ ਦੇਣਾ ਹੈ ਅਸੀਂ ਦੇ ਦਈਏ, ਬੱਚੇ ਕਿਵੇਂ ਤਾਂ ਬਾਅਦ ਦੇ ਵਿੱਚ ਵੀ ਧਿਆਨ ਦਿੱਤਾ ਜਾਊਗਾ। ਤੇ ਇਸ ਕਰਕੇ ਅਸੀਂ ਇਹਨੂੰ ਕੀ ਬੋਲਦੇ ਆ ਗੈਰ ਸ਼ਾਮਲ ਬੋਲਦੇ ਆ। ਠੀਕ ਹੈ ਜੀ, ਆਓ ਇੱਕ ਇੱਕ ਕਰਕੇ ਆਪਾਂ ਸਭ ਦੀ ਚੀਜ਼ਾਂ ਦੀ ਗੱਲ ਕਰਾਂਗੇ, ਕਿਉਂਕਿ ਜਿਹੜਾ ਟੌਪਿਕ ਦਾ ਨਾਮ ਆਪਣੇ ਆਪ ਦੇ ਵਿੱਚ ਹੈਗਾ ਉਹ ਕਾਹਦਾ ਗੱਲ ਕਰਦਾ ਪੈਰੈਂਟਿੰਗ ਸਟਾਈਲਸ ਦੀ ਗੱਲ ਕਰਦਾ ਪਿਆ। ਔਰ ਨਾਲ ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ ਕਿ ਮੈਨੇ ਇਹਦਾ ਇਫੈਕਟ ਵੀ ਦੱਸਣਾ ਬੱਚਾ ਉੱਤੇ ਕਿਸ ਤਰ੍ਹਾਂ ਦਾ ਪਏਗਾ। ਤਾਂ ਤੁਹਾਡੇ ਸਾਹਮਣੇ 2 ਕਾਲਮ ਦਿਖਾਈ ਦੇਣਗੇ। ਇੱਕ ਕਾਲਮ ਦੇ ਵਿੱਚ ਤੁਹਾਨੂੰ ਪੇਰੈਂਟਸ ਦੇ ਸਟਾਈਲ ਦਾ ਦਿੱਤਾ ਜਾਊਗਾ ਕਿ ਪੇਰੈਂਟਸ ਕਿਸ ਤਰ੍ਹਾਂ ਦੇ ਹੋਣਗੇ, ਉਹਨਾਂ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ ਹੋਊਗਾ, ਔਰ ਦੂਜੇ ਕਾਲਮ ਦੀ ਤੁਹਾਨੂੰ ਬੱਚਿਆਂ ਦੇ ਇਫੈਕਟ ਦਾ ਪਤਾ ਲੱਗੂ ਕਿ ਇੱਕ ਜਿਹੜੀ ਪੈਰੈਂਟਿੰਗ ਸਟਾਈਲ ਪੇਰੈਂਟਸ ਦੇ ਕੰਨੀ ਤੋਂ ਬੱਚੇ ਨੂੰ ਦਿੱਤੀ ਜਾਂਦੀ ਹੈ ਉਹਦਾ ਬੱਚੇ ਉੱਤੇ ਇਫੈਕਟ ਕਿਸ ਤਰ੍ਹਾਂ ਦਾ ਪਏਗਾ। ਠੀਕ ਹੈ ਜੀ, ਤਾਂ ਫਸਟ ਟਾਈਪ ਦੀ ਆਪਾਂ ਗੱਲ ਕਰਦੇ ਹਾਂ ਜਿਹਦੇ ਵਿੱਚ ਗੱਲ ਕੀਤੀ ਜਾਂਦੀ ਹੈ ਤਾਨਾਸ਼ਾਹੀ ਪਾਲਣ ਪੋਸ਼ਣ ਦੀ, ਯਾਨੀ ਕਿ ਅਥੋਰੀਅਨ ਪੈਰੈਂਟਿੰਗ ਦੀ। ਹੁਣ ਤਾਨਾਸ਼ਾਹੀ ਦੇ ਨਾਮ ਤੋਂ ਪੰਜਾਬੀ 'ਚ ਤੁਹਾਨੂੰ ਪਤਾ ਲੱਗਦਾ ਹੋਏਗਾ ਕਿ ਜਿਹੜੇ ਪੇਰੈਂਟਸ ਹੋਣਗੇ ਉਹ ਬਹੁਤ ਜ਼ਿਆਦਾ ਕਹਿ ਸਕਦੇ ਇੱਕ ਤਰ੍ਹਾਂ ਦਾ ਆਟੋਕ੍ਰੈਟਿਕ ਹੋਣਗੇ। ਆਟੋਕ੍ਰੈਟਿਕ ਆਈ ਮੀਨ ਟੂ ਸੇ ਅਗਰ ਮੈਂ ਗੱਲ ਕਰਾਂ ਇਹਦੇ ਵਿੱਚ ਤਾਂ ਸਟ੍ਰਿਕਟ, ਬਹੁਤ ਜ਼ਿਆਦਾ ਸਟ੍ਰਿਕਟ ਹੋਣਗੇ, ਰੂਲਸ ਨੂੰ ਲੈ ਕੇ ਸਟ੍ਰਿਕਟ ਹੋਣਗੇ, ਔਰ ਇਹ ਵੀ ਐਕਸਪੈਕਟ ਕਰਨਗੇ ਕਿ ਜਿਹੜੇ ਬੱਚੇ ਨੇ ਉਹ ਸਾਡੇ ਰੂਲਸ ਨੂੰ ਕੀ ਕਰਨਗੇ ਫੋਲੋ ਕਰਨਗੇ। ਅਗਰ ਫੋਲੋ ਕੀਤਾ ਜਾਊਗਾ ਤਾਂ ਓਬਵੀਅਸ ਹੈ ਬੱਚਾ ਕਿਸ ਤਰ੍ਹਾਂ ਦਾ ਹੋਊਗਾ, ਬੱਚਾ ਓਬੀਡੈਂਟ ਹੋਏਗਾ, ਹੈ ਨਾ। ਜਿਹੜੀ ਚੀਜ਼ ਪੇਰੈਂਟਸ ਨੇ ਦੱਸੀ ਹੈ ਉਹ ਉਹਨਾਂ ਟਾਈਮ ਪੂਰੀ ਹੋਣੀ ਜ਼ਰੂਰੀ ਹੈ। ਤਾਂ ਅੱਜ ਉਹੀ ਤੁਹਾਡੇ ਸਾਹਮਣੇ ਗੱਲ ਕਰੂੰਗਾ ਫਸਟ ਪੈਰੈਂਟਿੰਗ ਸਟਾਈਲ ਦੇ ਵਿੱਚ, ਜਿਹਦਾ ਨਾਮ ਪੰਜਾਬੀ 'ਚ ਮੈਂਸ਼ਨ ਕੀਤਾ ਹੈ ਤਾਨਾਸ਼ਾਹੀ ਪਾਲਣ ਪੋਸ਼ਣ। ਤਾਂ ਦੇਖੋ ਫਸਟ ਕਾਲਮ ਦੇ ਵਿੱਚ ਆਪਾਂ ਗੱਲ ਕਰਾਂਗੇ ਪੇਰੈਂਟਸ ਦੀ, ਸੈਕਿੰਡ ਕਾਲਮ 'ਚ ਮੈਂ ਗੱਲ ਕਰੂੰਗਾ ਤੁਹਾਡੇ ਨਾਲ ਚਿਲਡਰਨ ਦੀ। ਤਾਂ ਫਸਟ ਪੁਆਇੰਟ ਕਹਿੰਦਾ ਕਿ ਇਹ ਪੇਰੈਂਟਸ ਦੇ ਵਿੱਚ ਜਿਹੜਾ ਪੇਰੈਂਟਸ ਦਾ ਬਿਹੇਵੀਅਰ ਹੋਏ ਕਿਸ ਤਰ੍ਹਾਂ ਦਾ ਹੋਏਗਾ। ਐਸਟੈਬਲਿਸ਼ ਸਟ੍ਰਿਕਟ ਰੂਲ, ਬਾਅਦ ਤੋਂ ਬਾਅਦ ਸਖਤ ਰੂਲ ਕੀ ਕੀਤੇ ਜਾਣਗੇ ਉਹ ਬਣਾਏ ਜਾਣਗੇ, ਔਰ ਇਹ ਵੀ ਐਕਸਪੈਕਟ ਕੀਤਾ ਜਾਊਗਾ ਕਿ ਜਿਹੜਾ ਬੱਚਾ ਹੈ ਉਹ ਸਾਡੇ ਰੂਲਸ ਜਿਹੜੇ ਸਾਡੇ ਦੁਆਰਾ ਬਣਾਏ ਗਏ ਰੂਲਸ ਨੇ ਉਹਨਾਂ ਨੂੰ ਕੀ ਕਰੂਗਾ ਫੋਲੋ ਕਰੂਗਾ। ਪਹਿਲੀ ਗੱਲ ਤਾਂ ਪੈਰੈਂਟਿੰਗ ਸਟਾਈਲ 'ਚ ਗੱਲ ਕੀਤੀ ਕਿ ਜਿਹੜੇ ਪੇਰੈਂਟਸ ਹੋਣਗੇ ਉਹ ਸਟ੍ਰਿਕਟ ਹੋਣਗੇ। ਠੀਕ ਹੈ, ਔਰ ਦੂਸਰੀ ਗੱਲ ਕਰਦੇ ਹੋਏ ਇਹਦੇ ਵਿੱਚ ਯੂਜ਼ ਪੁਨਿਸ਼ਮੈਂਟ ਮੋਰ ਦੈਨ ਦਾ ਰੀਇਨਫੋਰਸਮੈਂਟ। ਹੁਣ ਇਹਦੇ ਵਿੱਚ ਗੱਲ ਕੀਤੀ ਗਈ ਹੈ ਅਗਰ ਮੰਨ ਕੇ ਚੱਲੋ ਕਿ ਬੱਚਾ ਉਹਨਾਂ ਦੇ ਬਣਾਏ ਰੂਲਸ ਨੂੰ ਫੋਲੋ ਨਹੀਂ ਕਰਦਾ ਤਾਂ ਪੇਰੈਂਟਸ ਦੇ ਕਰਨੀ ਤਾਂ ਪੁਨਿਸ਼ਮੈਂਟ ਦਿੱਤੀ ਜਾਊਗੀ, ਬਲਕਿ ਇਹ ਨਹੀਂ ਹੋਊਗਾ ਕਿ ਅਗਰ ਪਹਿਲੀ ਗਲਤੀ ਕੀਤੀ ਹੈ ਤਾਂ ਬੱਚੇ ਨੂੰ ਛੱਡ ਦਿੱਤਾ ਜਾਊਗਾ, ਨਹੀਂ, ਰਿਫੋਰਸਮੈਂਟ ਨਹੀਂ ਦਿੱਤੀ ਜਾਊਗੀ। ਅਗਰ ਪਹਿਲੀ ਹੀ ਗਲਤੀ ਕੀਤੀ ਹੈ ਤਾਂ ਬੱਚੇ ਨੂੰ ਉਹਦੇ ਵਿੱਚ ਕੀ ਦਿੱਤੀ ਜਾਊਗੀ ਪੁਨਿਸ਼ਮੈਂਟ ਦਿੱਤੀ ਜਾਊਗੀ, ਬੱਚੇ ਨੂੰ ਛੱਡਿਆ ਨਹੀਂ ਜਾਊਗਾ। ਠੀਕ ਹੈ, ਕਿਉਂਕਿ ਪੇਰੈਂਟਸ ਕੀ ਨੇ ਤਾਨਾਸ਼ਾਹੀ ਵਾਲੇ ਨੇ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕਹਿੰਦਾ ਕੀ ਹੈ ਡੂ ਨੋਟ ਡਿਸਕਸ ਰੂਲਸ ਵਿਦ ਦੇਅਰ ਚਿਲਡਰਨ। ਹੁਣ ਇਹਦਾ ਮਤਲਬ ਇਹੀ ਹੈ ਕਿ ਇਹ ਬੱਚੇ ਨਾਲ ਰੂਲਸ ਡਿਸਕਸ ਨਹੀਂ ਕਰਨਗੇ, ਬੱਚੇ ਦੇ ਕਰੀਅਰ ਨੂੰ ਲੈ ਕੇ ਆਪਣੇ ਅਕੋਰਡਿੰਗ ਪਹਿਲਾਂ ਹੀ ਰੂਲਸ ਬਣਾ ਲੈਣਗੇ, ਔਰ ਇਹ ਵੀ ਨਹੀਂ ਦੇਖਣਗੇ ਕਿ ਬੱਚੇ ਨੂੰ ਰੂਲਸ ਪਸੰਦ ਆਣਗੇ ਵੀ ਨਹੀਂ ਆਣਗੇ, ਜਾਂ ਬੱਚੇ ਦੀ ਸਿਚੁਏਸ਼ਨ ਦੇ ਅਕੋਰਡਿੰਗ ਰੂਲਸ ਚੇਂਜ ਕੀਤੇ ਜਾ ਸਕਦੇ ਕਿ ਨਹੀਂ ਕੀਤੇ ਜਾ ਸਕਦੇ। ਈਵਨ ਕਿ ਬੱਚੇ ਨੂੰ ਇਹ ਵੀ ਨਹੀਂ ਦੱਸਦੇ ਕਿ ਰੂਲਸ ਕਿਉਂ ਬਣਾਏ ਗਏ ਨੇ, ਕਿਸ ਚੀਜ਼ ਵਾਸਤੇ ਬਣਾਏ ਗਏ ਨੇ। ਠੀਕ ਹੈ, ਜੋ ਕਹਤਾ ਉਹ ਕਰਨਾ ਪਊਗਾ। ਇਸ ਤਰ੍ਹਾਂ ਦੇ ਪੇਰੈਂਟਸ ਹੁੰਦੇ ਨੇ ਇਸ ਸਟਾਈਲ ਨੂੰ ਲੈ ਕੇ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਸਟਾਈਲ ਕਹਿੰਦਾ ਕੀ ਹੈ might tell children to do something because I told you so। ਇੱਥੇ ਬੱਚੇ ਨੂੰ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਇਹ ਕੰਮ ਤੈਨੂੰ ਕਰਨਾ ਪਊਗਾ ਬਿਕੋਜ਼ ਇਹ ਕੰਮ ਕਿੰਨਾ ਨੇ ਕੀ ਹੈ I told you, ਮੈਨੇ ਕਿਹਾ। ਮੈਨੇ ਮਤਲਬ ਜਾਂ ਤਾਂ ਬੱਚੇ ਦੇ ਇੱਕ ਮੰਮੀ ਨੇ ਕਿਹਾ ਹੋ ਜਾਂ ਮਤਲਬ ਪੇਰੈਂਟਸ ਦੇ ਵਿੱਚੋਂ ਕਿਸੇ ਨਾ ਕਿਸੇ ਇੱਕ ਇੰਡੀਵਿਜੂਅਲ ਨੇ ਕਿਹਾ ਹੋਏਗਾ, ਤਾਂ ਬੱਚੇ ਨੂੰ ਕਰਨਾ ਪਊਗਾ। ਬੱਚਾ ਜਵਾਬ ਨਹੀਂ ਦੇ ਸਕਦਾ ਕਿ ਹਾਂ ਅੱਜ ਹਜੇ ਨਹੀਂ ਕਰੂੰਗਾ ਬਾਅਦ ਚ ਕਰ ਦੂੰਗਾ ਜਾਂ ਜਿਸ ਤਰ੍ਹਾਂ ਵੀ ਹੈ, ਕਿਉਂਕਿ ਪੇਰੈਂਟਸ ਨੇ ਕਿਹਾ ਤਾਂ ਕਿ ਪੇਰੈਂਟਸ ਦੇ ਵਿੱਚ ਕੀ ਹੋਣਗੇ ਔਨ ਟਾਈਮ ਪਰਪਸ ਹੋਣਗੇ। ਮਤਲਬ ਔਨ ਟਾਈਮ ਪਰਸਨ ਮਤਲਬ ਕੀ ਹੋਣਗੇ ਅੱਜ ਜਿਹੜਾ ਕੰਮ ਬੱਚੇ ਨੂੰ ਹੁਣੀ ਕਹਿ ਦਿੱਤਾ ਗਿਆ ਹੈ ਉਹ ਬੱਚੇ ਨੇ ਹੁਣੀ ਕੀ ਕਰਨਾ ਪਊਗਾ ਖਤਮ ਕਰਨਾ ਪਊ, ਕਿਉਂਕਿ ਪੇਰੈਂਟਸ ਜਿਹੜੇ ਹੈਗੇ ਨੇ ਸਾਡੇ ਵਾਸਤੇ ਕੀ ਨੇ ਤਾਨਾਸ਼ਾਹੀ ਨੇ। ਰੂਲਸ ਨੂੰ ਲੈ ਕੇ ਜਿਹੜੇ ਰੂਲਸ ਉਹਨਾਂ ਨੇ ਬਣਾਏ ਨੇ ਉਹ ਆਪਣੇ ਉੱਤੇ ਤਾਂ ਲਗਾਉਣਗੇ। ਓਬਵੀਅਸ ਬੱਚੇ ਨੂੰ ਵੀ ਕਿਹਾ ਜਾਊਗਾ ਕਿ ਰੂਲਸ ਨੂੰ ਕੀ ਕੀਤਾ ਜਾਵੇ ਫੋਲੋ ਕੀਤਾ ਜਾਵੇ। ਹੁਣ ਪੈਰੈਂਟਿੰਗ ਸਟਾਈਲ ਤੇ ਤੁਹਾਨੂੰ ਪਤਾ ਲੱਗ ਗਿਆ ਕਿ ਚਿਲਡਰਨ ਦੇ ਕੰਨੀ ਤਾਂ ਪੇਰੈਂਟਸ ਦਾ ਜਿਹੜਾ ਪੈਰੈਂਟਿੰਗ ਸਟਾਈਲ ਉਹ ਤਾਨਾਸ਼ਾਹੀ ਵਾਲਾ ਹੈ, ਮਤਲਬ ਜ਼ਿਆਦਾ ਤੋਂ ਜ਼ਿਆਦਾ ਇੱਕ ਤਰ੍ਹਾਂ ਦੇ ਕਹਿ ਸਕਦੇ ਸਟ੍ਰਿਕਟ ਹੀ ਨੇ। ਠੀਕ ਹੈ, ਰੂਲਸ ਨੂੰ ਲੈ ਕੇ ਬਹੁਤ ਜ਼ਿਆਦਾ ਸਟ੍ਰਿਕਟ ਹੀ ਨੇ। ਠੀਕ ਹੈ, ਤੇਰਾ ਇਫੈਕਟ ਬੱਚੇ ਉੱਤੇ ਕੀ ਪਏਗਾ ਤਾਂ ਇੱਕੋ ਹੀ ਗੱਲ ਹੈ
ਟੈਂਡਸ ਟੂ ਵੈਰੀ ਓਬੀਡੈਂਟ, ਬੱਚੇ ਬਹੁਤ ਜ਼ਿਆਦਾ ਆਗਿਆਕਾਰੀ ਹੋਣਗੇ, ਮਤਲਬ ਕਿਸੇ ਦਾ ਡਿਸਰਿਗਾਰਡ ਨਹੀਂ ਕੀਤਾ ਜਾਊਗਾ। ਈਵਨ ਕਿ ਅਗਰ ਪੇਰੈਂਟਸ ਨੇ ਰੂਲਸ ਵੀ ਬਣਾਏ ਨੇ, ਉਹਨਾਂ ਰੂਲਸ ਨੂੰ ਅਣਦੇਖੀ ਨਹੀਂ ਕੀਤੀ ਜਾਊਗੀ। ਅਣਦੇਖੀ ਮਤਲਬ ਕਹਿ ਸਕਦੇ ਇੱਕ ਤਰ੍ਹਾਂ ਦਾ ਨੈਵਰ ਡਿਸਰਿਗਾਰਡ ਐਨੀ ਰੂਲਸ ਦੈਟ ਇਜ਼ ਗਿਵਨ ਟੂ ਦੈਮ। ਅਗਰ ਤੁਹਾਨੂੰ ਲੱਗਦਾ ਕਿ ਬੱਚਾ ਅਗਰ ਅਣਦੇਖੀ ਕਰਦਾ ਵੀ ਹੈ ਤਾਂ ਕਿਉਂਕਿ ਬੱਚੇ ਵਾਸਤੇ ਪੁਨਿਸ਼ਮੈਂਟ ਰੈਡੀ ਹੈ, ਪੁਨਿਸ਼ਮੈਂਟ ਦਿੱਤੀ ਜਾਊਗੀ, ਬੱਚੇ ਨੂੰ ਛੱਡਿਆ ਨਹੀਂ ਜਾਊਗਾ। ਤੇ ਇਸ ਕਰਕੇ ਜਿਹੜਾ ਬੱਚਾ ਹੈ ਪੇਰੈਂਟਸ ਦੁਆਰਾ ਬਣਾਏ ਗਏ ਰੂਲਸ ਦੁਆਰਾ ਕੀ ਨਹੀਂ ਕਰ ਸਕਦਾ, ਉਹਨਾਂ ਦਾ ਨਜ਼ਰਅੰਦਾਜ਼ ਵੀ ਨਹੀਂ ਕਰ ਸਕਦਾ, ਅਣਦੇਖੀ ਵੀ ਨਹੀਂ ਕਰ ਸਕਦਾ, ਕਿਉਂਕਿ ਬੱਚਾ ਇਸ ਤਾਨਾਸ਼ਾਹੀ ਪੈਰੈਂਟਿੰਗ ਸਟਾਈਲ ਦੇ ਵਿੱਚ ਕੀ ਬਣ ਜਾਂਦਾ ਹੈ, ਆਗਿਆਕਾਰੀ ਬਣ ਜਾਂਦਾ ਹੈ। ਕਹਿ ਸਕਦੇ ਕਿ ਮੋਰ ਓਬੀਡੈਂਟ ਬਣ ਜਾਂਦਾ, ਜ਼ਿਆਦਾ ਤੋਂ ਜ਼ਿਆਦਾ ਓਬੀਡੈਂਟ ਬਣ ਜਾਂਦਾ ਹੈ। ਉਸ ਤੋਂ ਬਾਅਦ ਬੱਚੇ ਦਾ ਦੂਸਰਾ ਇਫੈਕਟ ਕੀ ਹੋਏਗਾ, ਕੈਨ ਸੈਟ ਐਕਸਟ੍ਰੀਮਲੀ ਹਾਈ ਐਕਸਪੈਕਟੇਸ਼ਨ ਫॉर ਦੈਮਸੈਲਫ ਫॉर ਦਾ ਕਰੀਅਰ ਗੋਲ। ਹੁਣ ਓਬਵੀਅਸ ਹੈ ਪੁਨਿਸ਼ਮੈਂਟ ਦਿੱਤੀ ਜਾਂਦੀ ਹੈ ਪੇਰੈਂਟਸ ਦੇ ਕੰਨੀ ਤੋਂ, ਤਾਂ ਇੱਥੇ ਮੰਨ ਕੇ ਚੱਲਦੇ ਆ ਕਿ ਜਿਹੜਾ ਬੱਚਾ ਹੋਊਗਾ ਉਹਨੂੰ ਪੁਨਿਸ਼ਮੈਂਟ ਦਾ ਡਰ ਹੋਊਗਾ, ਕਿਉਂਕਿ ਅਗਰ ਉਹ ਰੂਲਸ ਨੂੰ ਕੀ ਕਰੂਗਾ, ਡਿਸਰਿਗਾਰਡ ਕਰੂਗਾ, ਅਣਦੇਖੀ ਕਰੂਗਾ। ਤਾਂ ਜਿਹੜੇ ਪੇਰੈਂਟਸ ਰੂਲ ਬਣਾਉਂਦੇ ਨੇ ਇਸ ਬੱਚੇ ਵਾਸਤੇ, ਉਹ ਕਾਹਦੇ ਵਾਸਤੇ ਬਣਾਉਂਦੇ ਨੇ, ਤਾਂ ਕਿ ਬੱਚੇ ਤੋਂ ਜ਼ਿਆਦਾ ਐਕਸਪੈਕਟੇਸ਼ਨਸ ਕੀਤੀ ਜਾਂਦੀਆਂ ਨੇ ਕਿ ਜਿਹੜੇ ਗੋਲਸ ਉਹਨੇ ਅਚੀਵ ਕਰਨੇ ਆ, ਉਹਦੇ ਵਾਸਤੇ ਜਿਹੜੇ ਰੂਲਸ ਉਹਨੇ ਬਣਾਏ ਨੇ ਉਹ ਬੱਚੇ ਨੂੰ ਕੀ ਕਰਨਗੇ, ਗੋਲਸ ਅਚੀਵ ਕਰਨ ਵਾਸਤੇ ਹੈਲਪਫੁਲ ਹੋਣਗੇ। ਓਬਵੀਅਸ ਇਹ ਐਕਸਪੈਕਟੇਸ਼ਨ ਕੀ ਕੀਤੀ ਜਾਂਦੀਆਂ ਨੇ, ਜ਼ਿਆਦਾ ਕੀਤੀ ਜਾਂਦੀਆਂ ਤਾਂ ਕਿ ਬੱਚਾ ਆਪਣੇ ਗੋਲਸ ਨੂੰ ਕੀ ਕਰ ਸਕੇ, ਅਚੀਵ ਕਰ ਸਕੇ। ਉਸ ਤੋਂ ਬਾਅਦ ਨੈਕਸਟ ਪੁਆਇੰਟ ਕਹਿੰਦਾ ਕੀ ਹੈ, ਇਹ ਵਾਲਾ ਪੁਆਇੰਟ ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈ। ਇਸ ਪੁਆਇੰਟ ਦੇ ਵਿੱਚ ਗੱਲ ਕੀਤੀ ਗਈ ਹੈ, will develop anxiety and depression from the strict parenting and will form suicidal thought। ਹੁਣ ਸਿੰਪਲ ਜੀ ਗੱਲ ਇਹਦੇ ਚ ਆਪਾਂ ਕਰਕੇ ਆਏ ਸੀ ਉੱਪਰ ਕਿ ਜਿਹੜੇ ਰੂਲਸ ਪੇਰੈਂਟਸ ਦੇ ਕੰਨੀ ਤੋਂ ਬਣਾਏ ਗਏ ਨੇ, ਈਵਨ ਕਿ ਜਿਹੜੇ ਪੇਰੈਂਟਸ ਨੇ ਬੱਚੇ ਨਾਲ ਆਪਣੇ ਰੂਲਸ ਡਿਸਕਸ ਵੀ ਨਹੀਂ ਕਰਦੇ, ਠੀਕ ਹੈ। ਤਾਂ ਰੂਲਸ ਕਾਹਦੇ ਵਾਸਤੇ ਬਣਾਏ ਗਏ ਨੇ, ਕਿਉਂਕਿ ਐਕਸਪੈਕਟੇਸ਼ਨ ਬੱਚੇ ਤੋਂ ਹਾਈ ਰੱਖੀ ਜਾਂਦੀ ਹੈ, ਜ਼ਿਆਦਾ ਰੱਖੀ ਜਾਂਦੀ ਹੈ, ਤਾਂ ਕਿ ਬੱਚਾ ਆਪਣੇ ਗੋਲਸ ਨੂੰ ਅਚੀਵ ਕਰ ਸਕੇ। ਬਾਈ ਚਾਂਸ ਕੱਲ ਉਹ ਗੋਲ ਅਚੀਵ ਨਾ ਕੀਤਾ ਗਿਆ ਬੱਚੇ ਦੇ ਕੰਨੀ ਤੋਂ, ਤਾਂ ਆਬਵੀਅਸ ਬੱਚੇ ਅੰਦਰ ਇੱਕ ਕਹਿ ਸਕਦਾ ਬਿਹੇਵੀਅਰ ਐਕਸਪ੍ਰੈਸ ਕੀਤਾ ਜਾ ਸਕਦਾ ਹੈ ਕਿ ਬੱਚਾ ਜ਼ਿਆਦਾ ਤੋਂ ਜ਼ਿਆਦਾ ਐਂਗਜ਼ਾਈਟੀ ਹੋ ਜਾਏਗਾ, ਚਿੰਤਿਤ ਹੋਏਗਾ। ਜਾਂ ਈਵਨ ਕਿ ਕਹਿ ਸਕਦੇ ਕਿ ਜਿਹੜਾ ਪੈਰੈਂਟਿੰਗ ਸਟਾਈਲ ਦਿੱਤਾ ਗਿਆ ਸੀ ਪੇਰੈਂਟਸ ਦੇ ਕੰਨੀ ਤੋਂ, ਅਗਰ ਉਹਨਾਂ ਦੇ ਪੈਰੈਂਟਿੰਗ ਸਟਾਈਲ ਦੇ ਉੱਤੇ ਬੱਚਾ ਨਾ ਖੜ ਉਤਰਿਆ ਤਾਂ ਆਬਵੀਅਸ ਬੱਚਾ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦਾ ਹੈ। ਈਵਨ ਕਿ ਸੁਣਨ ਦੇ ਵਿੱਚ ਜਾਂ ਕਹਿ ਸਕਦੇ ਕਿ ਅਗਰ ਇਸ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲਦਾ ਹੈ ਤਾਂ ਕਈ ਵਾਰ ਕੰਡੀਸ਼ਨ ਇਸ ਤਰ੍ਹਾਂ ਦੀ ਐਪਲੀਕੇਬਲ ਹੋ ਜਾਂਦੀ ਹੈ ਕਿ ਬੱਚੇ ਦੇ ਦਿਮਾਗ ਦੇ ਵਿੱਚ ਇੱਕ ਸੁਸਾਈਡ ਅਟੈਂਪਟ ਕਰਨ ਦਾ ਥੋਟ ਵੀ ਆ ਸਕਦਾ ਹੈ, ਜੋ ਇੱਕ ਕਹਿ ਸਕਦੇ ਬੱਚੇ ਵਾਸਤੇ ਬਹੁਤ ਜ਼ਿਆਦਾ ਕੀ ਹੋਏਗਾ, ਬੈਨੀਫਿਟ ਵਾਲਾ ਨਹੀਂ ਹੋਏਗਾ। ਬੱਚਾ ਇੱਕ ਤਰ੍ਹਾਂ ਦੇ ਸਮਾਜ ਨੂੰ ਦੂਰ ਸਮਝੂਗਾ, ਕਿਉਂਕਿ ਓਬਵੀਅਸ ਹੈ ਪੇਰੈਂਟਸ ਨੇ ਜਿਹੜੀ ਗੱਲ ਸਮਝਾ ਰੱਖੀ ਹੈ ਕਿ ਬੱਚੇ ਨਾਲ ਦੂਰੀ ਬਣਾ ਕੇ ਰੱਖਣੀ ਹੈ, ਸੁਸਾਇਟੀ ਨੂੰ ਨਹੀਂ ਮਿਲਣਾ, ਠੀਕ ਹੈ, ਜਿਹੜੀ ਗੱਲ ਸਾਡੇ ਨਾਲ ਕਰਨੀ ਹੈ ਤਾਂ ਸਾਡੇ ਨਾਲ ਹੀ ਗੱਲ ਕਰਨੀ ਹੈ। ਇਸ ਤਰ੍ਹਾਂ ਜਿਹੜੇ ਥੋਟ ਦਿੱਤੇ ਗਏ ਨੇ, ਠੀਕ ਹੈ, ਉਹ ਬੱਚੇ ਦੇ ਅੰਦਰ ਕਾਰੇ ਥੋਟ ਲੈ ਕੇ ਆ ਸਕਦੇ ਨੇ ਸੁਸਾਈਡ ਦੇ। ਮੰਨ ਕੇ ਚਲੋ ਅਗਰ ਬੱਚਾ ਕੋਈ ਹੋਸਟਲ ਦੇ ਵਿੱਚ ਵੀ ਰਹਿੰਦਾ ਹੈ ਇਸ ਤਰ੍ਹਾਂ ਦਾ ਬੱਚਾ, ਤਾਂ ਹਮੇਸ਼ਾ ਕਿਸੇ ਦੂਸਰੇ ਬੱਚੇ ਦੇ ਨਾਲ ਆਪਣੇ ਥੋਟਸ ਨੂੰ ਐਕਸਪ੍ਰੈਸ ਕਰਨ ਵਾਸਤੇ ਵੀ ਕੀ ਹੋਏਗਾ, ਫੇਲ ਹੋ ਜਾਊਗਾ, ਕਿਉਂਕਿ ਪੈਰੈਂਟਿੰਗ ਸਟਾਈਲ ਬੱਚੇ ਨੂੰ ਇਸ ਤਰ੍ਹਾਂ ਦਿੱਤੀ ਗਈ ਹੈ, ਕਿਉਂਕਿ ਸੁਸਾਇਟੀ ਦੇ ਨਾਮ ਤੋਂ ਹੀ ਬੱਚੇ ਨੂੰ ਕੀ ਲੱਗਣ ਲੱਗ ਜਾਊਗਾ, ਡਰ ਲੱਗਣ ਲੱਗ ਜਾਊਗਾ। ਠੀਕ ਹੈ, ਇੰਪੋਰਟੈਂਟ ਪੁਆਇੰਟ ਹੈ, ਧਿਆਨ ਰੱਖਣਾ। ਨੈਕਸਟ ਇਸ ਦੀ ਗੱਲ ਕੀਤੀ ਗਈ ਹੈ, will hate school, not value school as a place for socialization। ਹੁਣ ਇੱਥੇ ਵਿੱਚ ਗੱਲ ਕੀਤੀ ਹੈ, ਕਈ ਕਹਿੰਦੇ ਵੇ ਨੇ ਕਿ ਜਿਹੜਾ ਬੱਚਾ ਹੋਏਗਾ ਸਕੂਲ ਤੋਂ ਨਫ਼ਰਤ ਕਰੇਗਾ, ਕਿਉਂਕਿ ਪੈਰੈਂਟਿੰਗ ਸਟਾਈਲ ਬੱਚੇ ਨੂੰ ਸਿਰਫ ਇਹੀ ਦਿੱਤੀ ਗਈ ਹੈ ਕਿ ਬੰਦ ਕਮਰੇ ਦੇ ਵਿੱਚ ਹੀ ਤੈਨੇ ਸਾਰਾ ਕੁਝ ਅਚੀਵ ਕਰਨਾ ਹੈ। ਇਹ ਗੱਲ ਦੱਸੀ ਗਈ ਹੈ, ਜੋ ਪੇਰੈਂਟਸ ਕਹਿ ਦੇਣਗੇ ਉਹ ਬੱਚੇ ਨੂੰ ਕਰਨਾ ਪਊਗਾ। ਇਟ ਮੀਨ ਕਿ ਦੇਖਿਆ ਜਾਵੇ ਤਾਂ ਬੱਚਾ ਸਕੂਲ ਦੇ ਵਿੱਚ ਪੜ੍ਹਨ ਵਾਸਤੇ ਜਾਂਦਾ ਹੈ, ਇਸ ਤਰ੍ਹਾਂ ਦਾ ਬੱਚਾ ਸਕੂਲ ਨੂੰ ਹੇਟ ਸਮਝੂਗਾ। ਕਿਉਂ ਸਮਝੂਗਾ? ਕਿਉਂਕਿ ਉੱਥੇ ਬੱਚਾ ਇਹ ਗੱਲ ਸਮਝੂਗਾ ਕਿ ਜਿਹੜਾ ਸਕੂਲ ਹੈ ਉੱਥੇ ਸਿਰਫ ਇੱਕ ਯਾਰ ਦੋਸਤੀ ਬਣਾਏ ਜਾਂਦੇ ਨੇ, ਜੋ ਮੇਰੇ ਪੇਰੈਂਟਸ ਨੇ ਮੈਨੂੰ ਕੀ ਕੀਤੇ ਨੇ, ਮਨਾ ਕੀਤੇ ਨੇ। ਠੀਕ ਹੈ, ਇਸ ਕਰਕੇ ਜਿਹੜਾ ਸਕੂਲ ਹੋਊਗਾ ਉਹਨੂੰ ਵੈਲਿਊ ਦੇਣਾ ਘੱਟ ਕਰ ਦੂਗਾ, ਘਰ ਹੀ ਪੜ੍ਹਨਾ ਸਟਾਰਟ ਕਰੂਗਾ, ਦੂਸਰੇ ਲੋਕਾਂ ਨਾਲ ਮਿਲਣਾ ਬੰਦ ਕਰ ਦੂਗਾ, ਕਿਉਂਕਿ ਪੇਰੈਂਟਿੰਗ ਸਟਾਈਲ ਦੇ ਵਿੱਚ ਦੱਸਿਆ ਗਿਆ ਇਸ ਤਰ੍ਹਾਂ ਦੇ ਵਿੱਚ ਅਗਰ ਬੱਚਾ ਆਪਣੇ ਥੋਟ ਦੂਸਰੇ ਪੇਰੈਂਟਸ ਤੋਂ ਮਤਲਬ ਦੂਸਰੇ ਨਾਲ ਵੀ ਸ਼ੇਅਰ ਕਰੂਗਾ ਤਾਂ ਬੱਚੇ ਦੇ ਅੰਦਰ ਇਹੀ ਮਨ ਦੇ ਵਿੱਚ ਡਰ ਬਣ ਰਹਿੰਦਾ ਕਿ ਉਹ ਜਿਹੜੇ ਨਾਲ ਮੈਂ ਆਪਣੇ ਥੋਟ ਸ਼ੇਅਰ ਕੀਤੇ ਨੇ ਕਿਸੇ ਹੋਰ ਨੂੰ ਜਾ ਕੇ ਨਾ ਦੱਸਦੇ ਜਾਂ ਮੇਰੇ ਪੇਰੈਂਟਸ ਨੂੰ ਜਾ ਕੇ ਨਾ ਦੱਸਦੇ। ਇਸ ਕਰਕੇ ਬੱਚੇ ਦੇ ਅੰਦਰ ਐਂਗਜ਼ਾਇਟੀ ਬਣੀ ਰਹਿੰਦੀ ਹੈ। ਈਵਨ ਕਿ ਤੁਹਾਨੂੰ ਮੈਂ ਉੱਪਰ ਦੱਸਿਆ ਸੀ ਕਿ ਬੱਚਾ ਸੁਸਾਈਡ ਅਟੈਂਪਟ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ, ਕਿਉਂਕਿ ਕਾਫੀ ਬੱਚੇ ਐਸੇ ਹੁੰਦੇ ਨੇ ਜੋ ਆਪਣੇ ਮਾਤਾ ਪਿਤਾ ਜਾਂ ਪੇਰੈਂਟਸ ਦੇ ਇਨਫਲੂਐਂਸ ਦੇ ਵਿੱਚ ਆਏ ਹੁੰਦੇ ਨੇ, ਕਿਉਂਕਿ ਉਹਨਾਂ ਵਾਸਤੇ ਜਿਹੜੇ ਰੂਲਸ ਦਿੱਤੇ ਗਏ ਨੇ ਉਹ ਆਪਣੇ ਬੱਚੇ ਉੱਤੇ ਵੀ ਅਮਲ ਕਰਦੇ ਨੇ, ਬੱਚੇ ਉੱਤੇ ਵੀ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹ ਖੁਦ ਵੀ ਫੋਲੋ ਕਰਦੇ ਨੇ। ਠੀਕ ਹੈ ਜੀ, ਇਸ ਤਰ੍ਹਾਂ ਦੇ ਪਾਲਣ ਪੋਸ਼ਣ ਅਸੀਂ ਕੀ ਬੋਲਾਂਗੇ, ਤਾਨਾਸ਼ਾਹੀ ਪਾਲਣ ਪੋਸ਼ਣ ਬੋਲਾਂਗੇ। ਠੀਕ ਹੈ ਜੀ, ਨੈਕਸਟ ਅਗਲਾ ਤੁਹਾਡੇ ਵਾਸਤੇ ਹੈਗਾ ਅਧਿਕਾਰਿਤ ਪਾਲਣ ਪੋਸ਼ਣ। ਅਗਰ ਦੇਖਿਆ ਜਾਵੇ ਤਾਂ ਸਾਡੇ ਜਿਹੜੇ ਨੋਟਸ ਦਿੱਤੇ ਗਏ ਨੇ ਬਾਇਲੈਂਗੁਅਲ ਦੇ ਵਿੱਚ ਨੇ, ਇੰਗਲਿਸ਼ ਵੀ ਨੇ ਔਰ ਪੰਜਾਬੀ 'ਚ ਵੀ ਨੇ।
अगर किसी बच्चे ਨੂੰ ਐਕਚੁਅਲ ਦੇ ਵਿੱਚ ਇੰਗਲਿਸ਼ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਪੰਜਾਬੀ ਦੇ ਵਿੱਚ ਵੀ ਪੜ੍ਹ ਸਕਦਾ ਹੈ। ਤਾਂ ਦੇਖਿਆ ਜਾਵੇ ਤਾਂ ਇੰਗਲਿਸ਼ ਦੇ ਪੁਆਇੰਟ ਨੂੰ ਲੈ ਕੇ ਥੋੜੀ ਬਹੁਤ ਪ੍ਰੋਬਲਮ ਆ ਜਾਂਦੀ ਹੈ, ਲੇਕਿਨ ਪੰਜਾਬੀ ਸਾਰੀ ਚੀਜ਼ ਐਕਸਪ੍ਰੈਸ ਕਰ ਦਿੰਦੀ ਹੈ। ਤਾਂ ਉਹ ਸੈਕਿੰਡ ਆਪਾਂ ਪੈਰੈਂਟਿੰਗ ਸਟਾਈਲ ਦੀ ਗੱਲ ਕਰੀਏ ਤਾਂ ਸੈਕਿੰਡ ਪੈਰੈਂਟਿੰਗ ਸਟਾਈਲ ਤੁਹਾਡੇ ਵਾਸਤੇ ਆਉਂਦਾ ਅਧਿਕਾਰਿਤ ਪਾਲਣ ਪੋਸ਼ਣ, ਜਿਹਨੂੰ ਅਸੀਂ ਕੀ ਬੋਲਦੇ ਹਾਂ, ਅਥੋਰੀਟੇਟਿਵ ਪੇਰੈਂਟਸ ਬੋਲਦੇ ਆ। ਹੁਣ ਇਹਦੇ ਵਿੱਚ ਕੀ ਹੋਊਗਾ, ਥੋੜਾ ਬਹੁਤ ਚੇਂਜ ਹੁੰਦਾ ਹੈ। ਪਹਿਲੇ ਵਿੱਚ ਤਾਂ ਕੀ ਹੋਊਗਾ, ਪੇਰੈਂਟਸ ਜ਼ਿਆਦਾ ਤੋਂ ਜ਼ਿਆਦਾ ਸਟ੍ਰਿਕਟ ਹੋਣਗੇ, ਸਟ੍ਰਿਕਟ ਇਹਦੇ ਵਿੱਚ ਵੀ ਹੁੰਦੇ ਨੇ, ਲੇਕਿਨ ਉਸ 'ਚ ਕੀ ਸੀਗੇ, ਉਹ ਜੋ ਮਰਜ਼ੀ ਕੰਡੀਸ਼ਨ ਆ ਜਾਏ ਜਾਂ ਜੋ ਮਰਜ਼ੀ ਸਿਚੁਏਸ਼ਨ ਆ ਜਾਏ ਆਪਣੇ ਰੂਲਸ ਨੂੰ ਚੇਂਜ ਨਹੀਂ ਕਰਦੇ ਸੀ। ਲੇਕਿਨ ਹੁਣ ਇਹਦੇ ਵਿੱਚ ਕੀ ਹੋਊਗਾ, ਤਾਂ ਉਹ ਇਸ ਚੀਜ਼ ਦੀ ਗੱਲ ਕਰੀਏ ਅਧਿਕਾਰਿਤ ਪਾਲਣ ਪੋਸ਼ਣ ਦੇ ਵਿੱਚ ਜਿਹੜੇ ਪੇਰੈਂਟਸ ਹੁੰਦੇ ਨੇ ਉਹ ਕਿਸ ਤਰ੍ਹਾਂ ਦੇ ਹੁੰਦੇ ਨੇ, ਐਸਟੈਬਲਿਸ਼ਡ ਸਟ੍ਰਿਕਟ ਰੂਲਸ, ਇੱਕ ਸਖਤ ਕਾਨੂੰਨ ਬਣਾਉਂਦੇ ਨੇ, ਇੱਕ ਰੂਲ ਸਥਾਪਿਤ ਕਰਦੇ ਨੇ, ਸਖਤ ਨਿਯਮ ਸਥਾਪਿਤ ਕਰਦੇ ਨੇ, ਲੇਕਿਨ ਉਹ ਸਿਚੁਏਸ਼ਨ ਨੂੰ ਦੇਖ ਕੇ ਕੀ ਕਰ ਸਕਦੇ ਨੇ, ਰੂਲਸ ਨੂੰ ਚੇਂਜ ਵੀ ਕਰ ਸਕਦੇ ਨੇ, ਬਟ ਅਲਾਓ ਸਿਚੁਏਸ਼ਨਲ ਐਕਸੈਪਸ਼ਨ ਟੂ ਦਾ ਰੂਲਸ। ਲੇਕਿਨ ਸਿਚੁਏਸ਼ਨ ਨੂੰ ਦੇਖ ਕੇ ਰੂਲਸ ਨੂੰ ਜਾਂ ਮੋਡੀਫਾਈ ਵੀ ਕੀਤਾ ਜਾ ਸਕਦਾ ਹੈ ਜਾਂ ਕੁਝ ਟਾਈਮ ਵਾਸਤੇ ਉਹਨੂੰ ਅੱਗੇ ਪੋਸਟਪੋਨ ਵੀ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੀ ਪੈਰੈਂਟਿੰਗ ਸਟਾਈਲ ਦਿੱਤੀ ਜਾਂਦੀ ਹੈ, ਮਤਲਬ ਕਿ ਤਾਨਾਸ਼ਾਹੀ ਪਾਲਣ ਪੋਸ਼ਣ ਦੇ ਵਿੱਚ ਕੋਈ ਰਿਲੈਕਸੇਸ਼ਨ ਨਹੀਂ ਹੈਗੀ, ਲੇਕਿਨ ਇਸ ਵਾਲੇ ਦੇ ਵਿੱਚ ਅਧਿਕਾਰਿਤ ਵਾਲੇ ਦੇ ਵਿੱਚ ਥੋੜੀ ਬਹੁਤ ਰਿਲੈਕਸੇਸ਼ਨ ਬੱਚੇ ਨੂੰ ਦੇ ਦਿੱਤੀ ਜਾਂਦੀ ਹੈ। ਬਟ ਇਹ ਨਾ ਸਮਝਿਓ ਕਿ ਬਿਲਕੁਲ ਹੀ ਖਤਮ ਹੋ ਜਾਊਗਾ, ਐਸਾ ਕੁਝ ਨਹੀਂ ਹੁੰਦਾ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਪੁਆਇੰਟ ਕਹਿੰਦਾ ਕੀ ਹੈ, ਯੂਜ਼ ਅ ਕੰਬੀਨੇਸ਼ਨ ਆਫ ਪਨਿਸ਼ਮੈਂਟ ਐਂਡ ਰੀਫੋਰਸਮੈਂਟ। ਕਹਿੰਦਾ ਕੀ ਹੈ, ਉਹਦੇ ਵਿੱਚ ਕੀ ਸੀਗਾ, ਪਹਿਲੇ ਵਾਲੇ 'ਚ ਤਾਨਾਸ਼ਾਹੀ ਵਾਲੇ ਦੇ ਵਿੱਚ ਉਸ 'ਚ ਇਕੱਲੀ ਪਨਿਸ਼ਮੈਂਟ ਹੀ ਹੁੰਦੀ ਸੀ ਕਿ ਅਗਰ ਬੱਚਾ ਕੋਈ ਗਲਤੀ ਕਰੂਗਾ ਤਾਂ ਪਹਿਲੀ ਗਲਤੀ ਦੇ ਵਿੱਚ ਵੀ ਉਹਨੂੰ ਅਸੀਂ ਪਨਿਸ਼ਮੈਂਟ ਦੇਵਾਂਗੇ। ਲੇਕਿਨ ਜਿਹੜਾ ਆਹ ਵਾਲਾ ਪੈਰੈਂਟਿੰਗ ਸਟਾਈਲ ਹੈ ਇਹਦੇ ਵਿੱਚ ਕੀ ਹੁੰਦਾ, ਦੋਨਾਂ ਦਾ ਕੰਬੀਨੇਸ਼ਨ ਹੁੰਦਾ, ਇੱਕ ਪਨਿਸ਼ਮੈਂਟ ਦਾ ਔਰ ਦੂਜਾ ਕਾਹਦਾ ਹੋਊਗਾ, ਰੀਫੋਰਸਮੈਂਟ ਦਾ। ਮਤਲਬ ਬੱਚੇ ਨੂੰ ਕਹਿ ਦਿੱਤਾ ਜਾਂਦਾ ਕਿ ਅਗਰ ਪਹਿਲੀ ਗਲਤੀ ਹੋਗੀ ਤਾਂ ਠੀਕ ਹੈ, ਹੁਣ ਦੂਜੀ ਗਲਤੀ ਕਰਨ ਦੀ ਜ਼ਰੂਰਤ ਨਹੀਂ ਹੈਗੀ, ਠੀਕ ਹੈ। ਅਗਰ ਦੂਜੀ ਗਲਤੀ ਕਰੇਗਾ ਤਾਂ ਓਬਵੀਅਸਲੀ ਫਿਰ ਤੈਨੂੰ ਕੀ ਦਿੱਤੀ ਜਾਊਗੀ, ਪਨਿਸ਼ਮੈਂਟ ਦਿੱਤੀ ਜਾਊਗੀ। ਰੂਲਸ ਤਾਂ ਸਟ੍ਰਿਕਟ ਹੁੰਦੇ ਨੇ ਇਹਦੇ ਵਿੱਚ, ਲੇਕਿਨ ਸਿਚੁਏਸ਼ਨ ਨੂੰ ਦੇਖ ਕੇ ਕੀ ਕੀਤੇ ਜਾ ਸਕਦੇ ਨੇ, ਚੇਂਜ ਵੀ ਕੀਤੇ ਜਾ ਸਕਦੇ ਆ, ਕੁਝ ਟਾਈਮ ਵਾਸਤੇ ਪੋਸਟਪੋਨ ਵੀ ਕੀਤੇ ਜਾ ਸਕਦੇ ਨੇ, ਠੀਕ ਹੈ। ਉਸ ਤੋਂ ਬਾਅਦ ਅਗਲਾ ਪੁਆਇੰਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਸ ਪੈਰੈਂਟਿੰਗ ਸਟਾਈਲ ਦੇ ਵਿੱਚ, ਅਗਰ ਮੈਂ ਗੱਲ ਕਰਾਂ ਤਾਂ ਕਹਿੰਦਾ ਕੀ ਹੈ, ਕੰਸੀਡਰ ਚਿਲਡਰਨ ਫੀਲਿੰਗਸ ਵੈਨ ਕ੍ਰੀਏਟਿੰਗ ਐਂਡ ਇਨਫੋਰਸਿੰਗ ਰੂਲਸ। ਪਹਿਲੀ ਗੱਲ ਤਾਂ ਇਹਦੇ ਵਿੱਚ ਜਿਹੜੇ ਰੂਲਸ ਮਾਤਾ ਪਿਤਾ ਦੇ ਕੰਨੀ ਤੋਂ ਬਣਾਏ ਜਾਂਦੇ ਨੇ ਜਾਂ ਕਹਿ ਸਕਦੇ ਹਾਂ ਕਿ ਸਥਾਪਿਤ ਕੀਤੇ ਜਾਂਦੇ ਨੇ, ਉਹ ਕਾਰਜ ਵਾਸਤੇ ਕੀਤੇ ਜਾਂਦੇ ਨੇ, ਕੀ ਸਮਝਿਆ ਜਾਂਦਾ, ਉਸ ਬੱਚੇ ਦੀ ਫੀਲਿੰਗਸ ਨੂੰ ਵੀ ਕੀ ਕੀਤਾ ਜਾਂਦਾ, ਕੰਸੀਡਰ ਕੀਤਾ ਜਾਂਦਾ ਹੈ। ਲੇਕਿਨ ਜਿਹੜਾ ਤਾਨਾਸ਼ਾਹੀ ਪਾਲਣ ਪੋਸ਼ਣ ਸੀ ਉਸ 'ਚ ਜਿਹੜਾ ਪੇਰੈਂਟਸ ਨੇ ਬੱਚਿਆਂ ਨੂੰ ਕਹਿਤਾ ਕਿ ਜਿਹੜੇ ਕੰਮ ਤੈਨੇ ਸਾਡੇ ਸੀ ਕਹਿੰਦੇ ਤੈਨੂੰ ਕਰਨੀ ਪੈਣਗੇ, ਉਹਦੇ ਵਿੱਚ ਕੋਈ ਬੱਚੇ ਦੀ ਇਮੋਸ਼ਨਲ ਫੀਲਿੰਗਸ ਨਹੀਂ ਦੇਖੇ ਜਾਂਦੇ ਕਿ ਬੱਚੇ ਦਾ ਐਕਚੁਅਲ ਦੇ ਵਿੱਚ ਮਨ ਕੀ ਕਹਿੰਦਾ ਪਿਆ, ਠੀਕ ਹੈ। ਲੇਕਿਨ ਹਾਂ ਉਹਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਉਹ ਜੋ ਗੋਲ ਬੱਚੇ ਵਾਸਤੇ ਸਥਾਪਿਤ ਕੀਤੇ ਹੋਏ ਨੇ ਉਹ ਅਚੀਵ ਕੀਤੇ ਜਾਂਦੇ ਨੇ, ਕਿਉਂਕਿ ਐਕਸਪੈਕਟੇਸ਼ਨ ਬੱਚੇ ਵਾਸਤੇ ਹਾਈ ਰੱਖੀ ਜਾਂਦੀ ਹੈ। ਉਸ ਤਰ੍ਹਾਂ ਪੇਰੈਂਟਸ ਦੇ ਕਰਨੇ ਤੇ ਰੂਲਸ ਵੀ ਬਣਾਏ ਜਾਂਦੇ ਨੇ ਜੋ ਅੱਜ ਕੱਲ੍ਹ ਸਮਾਜ ਵਾਸਤੇ ਜ਼ਰੂਰੀ ਵੀ ਨੇ, ਲੇਕਿਨ ਅਗਰ ਉਹਦੀ ਹੱਦ ਕ੍ਰੋਸ ਹੋ ਜਾਂਦੀ ਹੈ ਤਾਂ ਓਬਵੀਅਸ ਹੈ ਫਿਰ ਬੱਚੇ ਅੰਦਰ ਕੀ ਆ ਸਕਦਾ ਹੈ, ਸੁਸਾਈਡ ਅਟੈਂਪਟ ਕਰਨ ਦਾ ਮਤਲਬ ਥੋਟ ਆ ਸਕਦਾ ਹੈ। ਇਹ ਧਿਆਨ ਰੱਖਣਾ, ਮਤਲਬ ਫੀਲਿੰਗਸ ਹੋਣੀ ਚਾਹੀਦੀਆਂ ਨੇ ਅੱਜ ਕੱਲ੍ਹ ਦੇ ਸਮਾਜ ਨੂੰ ਲੈ ਕੇ, ਲੇਕਿਨ ਅਗਰ ਦੇਖਿਆ ਜਾਵੇ ਬੱਚਿਆਂ ਨੂੰ ਮੇਨਲੀ ਕੰਸੀਡਰ ਕਰਨਾ ਜ਼ਰੂਰੀ ਹੈ, ਜਿਵੇਂ ਕਿ ਤੁਹਾਨੂੰ ਮੈਂ ਉਹਦੇ ਫਿਲਹਾਲ ਦੱਸਿਆ ਸੀ, ਕੰਸੀਡਰ ਚਿਲਡਰਨ ਫੀਲਿੰਗਸ ਹੋਣੀ ਚਾਹੀਦੀ ਹੈ, ਠੀਕ ਹੈ। ਹੁਣ ਇਹ ਤਾਂ ਚਲੋ ਅਧਿਕਾਰਿਤ ਪੈਰੈਂਟਿੰਗ ਸਟਾਈਲ ਹੋ ਗਿਆ ਇੱਕ ਤਰ੍ਹਾਂ ਦਾ, ਹੁਣ ਇਹਦਾ ਬੱਚੇ ਉੱਤੇ ਕੀ ਇਫੈਕਟ ਪਊਗਾ ਹੁਣ ਉਹ ਵੀ ਦੇਖ ਲੈਂਦੇ ਆ। ਪੇਰੈਂਟਸ ਸਟ੍ਰਿਕਟ ਨੇ ਲੇਕਿਨ ਸਿਚੁਏਸ਼ਨ ਦੇਖ ਕੇ ਕੀ ਕਰ ਸਕਦੇ ਨੇ, ਥੋੜੀ ਬਹੁਤ ਰਿਲੈਕਸੇਸ਼ਨ ਕਰ ਸਕਦੇ ਨੇ, ਤਾਂ ਓਬਵੀਅਸਲੀ ਫਿਰ ਬੱਚਾ ਵਿਗੜੂਗਾ ਨਹੀਂ, ਬੱਚਾ ਨਹੀਂ ਵਿਗੜ ਸਕਦਾ। ਬੱਚਾ ਉਸ ਚੀਜ਼ ਨੂੰ ਲੈ ਕੇ ਜ਼ਿਆਦਾ ਤੋਂ ਜ਼ਿਆਦਾ ਹੈਪੀ ਹੋਊਗਾ, ਮੋਰ ਹੈਪੀ ਕਿ ਮੈਂ ਆਪਣੇ ਡਿਸੀਜ਼ਨ ਦੇ ਵਿੱਚ ਜੋ ਫੈਮਿਲੀ ਦੇ ਡਿਸੀਜ਼ਨ ਨੇ ਮੈਂ ਉਹਨਾਂ 'ਚ ਪਾਰਟੀਸਪੇਸ਼ਨ ਕਰਦਾ। ਮਤਲਬ ਪਾਰਟੀਸਪੇਸ਼ਨ ਮਤਲਬ ਮੈਨੂੰ ਦੇਖ ਕੇ ਮੇਰੇ ਪੇਰੈਂਟਸ ਕੀ ਕਰਦੇ ਨੇ, ਰੂਲਸ ਨੂੰ ਫੋਲੋ ਕਰਦੇ ਨੇ ਜਾਂ ਕਹਿ ਸਕਦੇ ਰੂਲਸ ਬਣਾਉਂਦੇ ਨੇ, ਮੈਨੂੰ ਕੰਸੀਡਰ ਕਰਦੇ ਨੇ, ਮੈਨੂੰ ਕੋਈ ਘਰ ਦਾ ਮੈਂਬਰ ਜਾਂ ਪੁਆਇੰਟ ਸਮਝਿਆ ਜਾਂਦਾ ਹੈ। ਓਬਵੀਅਸ ਹੈ ਬੱਚੇ ਜ਼ਿਆਦਾ ਤੋਂ ਜ਼ਿਆਦਾ ਇੰਡੀਪੈਂਡੈਂਟ ਹੋਣਗੇ ਔਰ ਜ਼ਿਆਦਾ ਤੋਂ ਜ਼ਿਆਦਾ ਕੀ ਹੋਣਗੇ, ਐਕਟਿਵ ਹੋਣਗੇ। ਲੇਕਿਨ ਉਹਦੇ ਵਿੱਚ ਕੀ ਪੜੇ ਤਾਨਾਸ਼ਾਹੀ ਪਾਲਣ ਪੋਸ਼ਣ 'ਚ ਉਸ 'ਚ ਬੱਚੇ ਜ਼ਿਆਦਾ ਕੀ ਹੁੰਦੇ ਨੇ, ਓਬੀਡੈਂਟ ਹੁੰਦੇ ਨੇ, ਆਗਿਆਕਾਰੀ ਹੁੰਦੇ ਨੇ, ਠੀਕ ਹੈ। ਉਸ ਤੋਂ ਬਾਅਦ ਦੂਸਰਾ ਇਫੈਕਟ ਕੀ ਆਊਗਾ, ਹੈਵ ਅਬਿਲਿਟੀ ਟੂ ਫਾਰਮ ਦੇਅਰ ਓਨ ਓਪੀਨੀਅਨ। ਹੁਣ ਇਹਦੇ ਵਿੱਚ ਜਿਹੜੇ ਬੱਚੇ ਹੋਣਗੇ ਆਪਣੇ ਜਦੋਂ ਪੇਰੈਂਟਸ ਨੇ ਵਿਚਾਰ ਸਾਂਝੇ ਕਰਨਗੇ ਤਾਂ ਆਪਣੇ ਵਿਚਾਰ ਵੀ ਦੇ ਸਕਦੇ ਨੇ, ਆਪਣੇ ਓਪੀਨੀਅਨ ਵੀ ਦੇ ਸਕਦੇ ਨੇ। ਲੇਕਿਨ ਤਾਨਾਸ਼ਾਹੀ ਵਾਲੇ ਦੇ ਵਿੱਚ ਕੀ ਸੀਗਾ, ਬੱਚੇ ਵਾਸਤੇ ਇੱਕ ਜਿਹੜਾ ਕਮਰਾ ਸੀ ਉਹ ਇੱਕ ਜੇਲ੍ਹ ਦੇ ਬਰਾਬਰ ਹੋ ਜਾਂਦਾ ਸੀ, ਸਕੂਲ ਨੂੰ ਬੱਚਾ ਹੇਟ ਕਰਨ ਲੱਗ ਜਾਂਦਾ ਸੀ, ਇਸ ਤਰ੍ਹਾਂ ਦੀ ਫੀਲਿੰਗਸ ਉਹਦੇ ਵਿੱਚ ਬੱਚੇ ਦੇ ਅੰਦਰ ਦਿੱਤੀ ਜਾਂਦੀਆਂ ਸੀ, ਠੀਕ ਹੈ। ਔਰ ਦੂਸਰੀ ਗੱਲ ਅਗਰ ਦੇਖਿਆ ਜਾਵੇ ਤਾਂ ਇਹਦੇ ਵਿੱਚ ਆਹ ਪੁਆਇੰਟ ਬਹੁਤ ਜ਼ਿਆਦਾ ਮੇਨ ਹੈ ਜਿਹਨੂੰ ਮੈਂ ਡਬਲ ਕ੍ਰੋਸ ਕਰ ਰਿਹਾ ਇਹਦੇ ਵਿੱਚ ਫਿਲਹਾਲ। ਇਹਦੇ ਵਿੱਚ ਕੀ ਦਿੱਤਾ ਹੋਇਆ, ਹੈਵ ਦਾ ਅਬਿਲਿਟੀ ਟੂ ਐਸਟੈਬਲਿਸ਼ ਹੈਲਦੀ ਸੋਸ਼ਲ ਕਨੈਕਸ਼ਨ। ਹੁਣ ਓਬਵੀਅਸ ਬੱਚਾ ਸਕੂਲ ਜਾਊਗਾ, ਸਕੂਲ ਦੇ ਵਿੱਚ ਸੁਸਾਇਟੀ ਬਣਾਊਗਾ,
ज़्यादा ज़्यादा सोशल कनैक्शन बननगे और जिन्ना सोशल कनैक्शन बनूगा कह सकते जिन्ने यार दोस्त बननगे उन्ना बच्चा अपने एकेडैमिक दे विच की होगा सक्सैसफुल होगा। मतलब अपने शेयर्स जो भी थॉट हैगे ने बच्चे ने शेयर करूगा, चाहे वो लड़का है चाहे इवन कि लड़की है, हेल्दी इन्वायरमेंट बनाने की कोशिश करूगा, ठीक है। और जिन्ना होगा उन्ने बच्चे ਨੂੰ पढ़ाई ਦੇ ਵਿੱਚ ਜ਼ਿਆਦਾ ਕੀ ਹੋਗੀ ਹੈਲਪ ਹੋਗੀ। ਲੇਕਿਨ ਤਾਨਾਸ਼ਾਹੀ ਵਾਲੇ ਦੇ ਵਿੱਚ ਕੀ ਸੀਗਾ, ਬੱਚਾ ਸਕੂਲ ਨੂੰ ਹੀ ਹੇਟ ਕਰਦਾ ਹੈ, ਘਰੇ ਪੜ੍ਹਨਾ ਸਟਾਰਟ ਕਰ ਦਿੰਦਾ ਹੈ। ਈਵਨ ਕਿ ਕੱਲ ਅਗਰ ਕਿਸੇ ਬੱਚੇ ਨੇ ਕੋਈ ਗੱਲਬਾਤ ਵੀ ਕਰਨੀ, ਕੋਈ ਹੋਮਵਰਕ ਵੀ ਲੈਣਾ, ਸਕੂਲ ਦਾ ਕੰਮ ਵੀ ਲੈਣਾ ਹੈ, ਤਾਂ ਬੱਚਾ ਉਹ ਵੀ ਐਕਸਪ੍ਰੈਸ ਨਹੀਂ ਕਰ ਸਕੂਗਾ, ਉਹ ਵੀ ਵਾਸਤੇ ਪੇਰੈਂਟਸ ਦੀ ਪਰਮਿਸ਼ਨ ਲੈਣੀ ਜ਼ਰੂਰੀ ਸਮਝੂਗਾ। ਤਾਂ ਥੋੜਾ ਬਹੁਤ ਤਾਂ ਮੈਂ ਕਹਿ ਸਕਦਾ ਕਿ ਤਰ੍ਹਾਂ ਦਾ ਚੇਂਜ ਆਉਂਦਾ, ਜ਼ਰੂਰ ਆਉਂਦਾ ਚੇਂਜ, ਲੇਕਿਨ ਅਕੋਰਡਿੰਗ ਸਿਚੁਏਸ਼ਨ ਸਾਨੂੰ ਉਹਦੇ ਵਿੱਚ ਥੋੜਾ ਬਹੁਤ ਕਹਿ ਸਕਦੇ ਕਿ ਰਿਲੈਕਸੇਸ਼ਨ ਦੇਣੀ ਜ਼ਰੂਰੀ ਹੈ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਪੁਆਇੰਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਹੁਣ ਇਹਦੇ ਵਿੱਚ ਕੀ ਮੈਂਸ਼ਨ ਕੀਤਾ ਹੋਇਆ, ਹੈਵ ਬੈਟਰ ਮੈਂਟਲ ਹੈਲਥ। ਓਬਵੀਅਸ ਹੈ, ਕੋਈ ਥੋਟ ਹੈ ਕਿਸੇ ਬੱਚੇ ਨਾਲ ਐਕਸਪ੍ਰੈਸ ਕਰ ਲੂਗਾ, ਆਪਣੇ ਪੇਰੈਂਟਸ ਨਾਲ ਐਕਸਪ੍ਰੈਸ ਕਰ ਲੂਗਾ, ਸ਼ੇਅਰ ਕਰ ਲੂਗਾ, ਠੀਕ ਹੈ। ਤਾਂ ਇਹਦੇ ਵਿੱਚ ਕੀ ਹੋਊਗਾ, ਕੋਈ ਐਂਗਜ਼ਾਇਟੀ ਵਾਲੀ, ਡਿਪਰੈਸ਼ਨ ਵਾਲੀ, ਸੁਸਾਈਡ ਅਟੈਂਪਟ ਕਰਨ ਵਾਲਾ ਕੋਈ ਥੋਟ ਨਹੀਂ ਹੋਊਗਾ, ਕਿਉਂਕਿ ਪੇਰੈਂਟਸ ਨੇ ਆਪਣੇ ਜਿਹੜੇ ਹੈਗੇ ਨੇ ਇਸ ਦੇ ਵਿੱਚ ਉਹ ਇੱਕ ਬੱਚੇ ਨੂੰ ਇੱਕ ਘਰ ਦਾ ਮੈਂਬਰ ਹੀ ਕੰਸੀਡਰ ਕਰਦੇ ਨੇ, ਬੱਚੇ ਦੇ ਨੇ ਰੂਲਸ ਨੂੰ ਸ਼ੇਅਰ ਕਰਦੇ ਨੇ ਕਿ ਇਸ ਤਰ੍ਹਾਂ ਦਾ ਅਗਰ ਇਨਵਾਇਰਮੈਂਟ ਹੋਏ ਤਾਂ ਤੇਰੇ ਨਾਲ ਇਸ ਤਰ੍ਹਾਂ ਦਾ ਕੀਤਾ ਜਾਊਗਾ। ਮਤਲਬ ਕਿ ਮੈਂਟਲ ਹੈਲਥ ਜਿਹੜਾ ਹੋਊਗਾ ਇੱਕ ਡਿਪੈਂਡ ਕਰਦਾ ਬੱਚੇ ਉੱਤੇ ਦੋ ਚੀਜ਼ਾਂ ਉੱਤੇ, ਇੱਕ ਤੁਹਾਡਾ ਆਪਣਾ ਪਨਿਸ਼ਮੈਂਟ ਹੋ ਗਿਆ ਔਰ ਦੂਜਾ ਕੀ ਆ ਜਾਊਗਾ ਰੀਫੋਰਸਮੈਂਟ। ਇਹ ਨਹੀਂ ਹੈ ਕੋਈ ਇਕੱਲਾ ਪਨਿਸ਼ਮੈਂਟ ਹੀ ਹੋਊਗਾ, ਠੀਕ ਹੈ। ਪਹਿਲੀ ਸਜ਼ਾ ਹੈ ਅਗਰ ਮੇਰੇ ਤੋਂ ਗਲਤੀ ਹੋਗੀ ਤਾਂ ਮੈਨੂੰ ਸਜ਼ਾ ਮਿਲ ਜਾਊਗੀ, ਜਾਂ ਐਸਾ ਕੁਛ ਨਹੀਂ ਹੈ। ਉਹਦੀ ਥੋੜੀ ਬਹੁਤ ਰਿਲੈਕਸੇਸ਼ਨ ਕਰ ਦਿੱਤੀ ਜਾਂਦੀ ਹੈ ਤਾਂ ਕਿ ਬੱਚਾ ਆਪਣੇ ਆਪ ਨੂੰ ਵੈਲ ਫੀਲ ਸਮਝ ਸਕੇ ਕਿ ਹਾਂ ਪੇਰੈਂਟਸ ਜਿਹੜੇ ਮੇਰੇ ਹੈਗੇ ਨੇ ਉਹ ਇੱਕ ਤਰ੍ਹਾਂ ਦੇ ਕਹਿ ਸਕਦੇ ਆ ਕਿ ਲੀਨੀਅੰਟ ਨਹੀਂ ਹੈ, ਉਹ ਬਹੁਤ ਜ਼ਿਆਦਾ ਓਬਿਟ ਮਤਲਬ ਸਟ੍ਰਿਕਟ ਤਾਂ ਹੈਗੇ ਨੇ, ਲੇਕਿਨ ਰੂਲਸ ਨੂੰ ਦੇਖ ਕੇ ਮੈਨੂੰ ਆਪਣੇ ਮੋਡੀਫਾਈ ਕਰ ਲੈਣਗੇ। ਇਹ ਸਾਡੇ ਵਾਸਤੇ ਹੈਗਾ ਸੀ ਸੈਕਿੰਡ ਵਨ, ਜੋ ਸਾਡੇ ਵਾਸਤੇ ਕੀ ਹੈ ਅਧਿਕਾਰਿਤ ਪਾਲਣ ਪੋਸ਼ਣ। ਆਓ ਥਰਡ ਪੈਰੈਂਟਿੰਗ ਸਟਾਈਲ ਦੀ ਗੱਲ ਕਰੀਏ। ਥਰਡ ਪੈਰੈਂਟਿੰਗ ਸਟਾਈਲ ਤੁਹਾਡੇ ਨਾਲ ਮੇਰਾ ਹੈਗਾ ਆਗਿਆਕਾਰੀ ਪਾਲਣ ਪੋਸ਼ਣ, ਜਿਹਨੂੰ ਅਸੀਂ ਕੀ ਬੋਲਾਂਗੇ ਪਰਮਿਸਿਵ ਪੈਰੈਂਟਿੰਗ ਸਟਾਈਲ। ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਜਦੋਂ ਵੀ ਕੁਐਸਚਨ ਪੇਪਰ ਦੀ ਕੁਐਸਚਨ ਪੁੱਛਿਆ ਜਾਂਦਾ ਨਾ ਤਾਂ ਇਹ ਪਰਮਿਸਿਵ ਵਾਲੇ ਦੇ ਵਿੱਚ ਔਰ ਇੱਕ ਲਾਸਟ ਵਨ ਅਨਇਨਵੋਲਵ ਵਾਲੇ ਦੇ ਵਿੱਚ ਬੱਚੇ ਬਹੁਤ ਜ਼ਿਆਦਾ ਕਨਫਿਊਜ਼ ਹੁੰਦੇ ਨੇ। ਕੁਝ ਹੱਦ ਤੱਕ ਦੋਨੋਂ ਸੇਮ ਨੇ। ਇਹਨੂੰ ਵੀ ਅਸੀਂ ਕੀ ਬੋਲਦੇ ਹਾਂ, ਮਤਲਬ ਆਗਿਆਕਾਰੀ ਬੋਲਦੇ ਹਾਂ। ਉਹਦੇ ਵਿੱਚ ਆਗਿਆਕਾਰੀ ਵਾਲਾ ਕੋਈ ਐਸਾ ਤਾਂ ਨਹੀਂ ਹੈ, ਲੇਕਿਨ ਉਹਦੇ ਵਿੱਚ ਬੱਚੇ ਨੂੰ ਥੋੜਾ ਬਹੁਤ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਤਾਂ ਧਿਆਨ ਨਾਲ ਪੜ੍ਹੋ, ਵੀਡੀਓ ਨੂੰ ਸੁਣਨ ਦੀ ਕੋਸ਼ਿਸ਼ ਕਰਨਾ, ਠੀਕ ਹੈ। ਤਾਂ ਦੇਖੋ ਪਰਮਿਸਿਵ ਪੈਰੈਂਟਿੰਗ ਸਟਾਈਲ ਸਾਡੇ ਵਾਸਤੇ ਕੀ ਹੈ। ਪਹਿਲੀ ਗੱਲ ਤਾਂ ਜਿਹੜੇ ਪੇਰੈਂਟਸ ਹੋਣਗੇ ਉਹ ਕੀ ਹੋਣਗੇ, ਦੇ ਆਰ ਮੋਰ ਲੀਨੀਅੰਟ। ਬੱਚੇ ਜਿਹੜੇ ਹੋਣਗੇ, ਬੱਚੇ ਨੂੰ ਲੈ ਕੇ ਜਿਹੜੇ ਪੇਰੈਂਟਸ ਹੋਣਗੇ ਉਹ ਜ਼ਿਆਦਾ ਸਟ੍ਰਿਕਟ ਨਹੀਂ ਹੋਣਗੇ, ਠੀਕ ਹੈ, ਲੇਕਿਨ ਬਹੁਤ ਜ਼ਿਆਦਾ ਲੀਨੀਅੰਟ ਹੋਣਗੇ। ਹੁਣ ਅਗਰ ਮੈਂ ਇਹ ਗੱਲ ਕਰਾਂ ਕਿ ਅਗਰ ਬੱਚੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਕਿ ਬੱਚੇ ਨੂੰ ਪਨਿਸ਼ਮੈਂਟ ਨਹੀਂ ਦਿੱਤੀ ਜਾਊਗੀ, ਤੇ ਧਿਆਨ ਰੱਖਣਾ ਪੁਨਿਸ਼ ਉਦੋਂ ਕਰਨਗੇ ਜਦੋਂ ਪ੍ਰੋਬਲਮ ਬਹੁਤ ਜ਼ਿਆਦਾ ਕੀ ਹੋ ਜੂਗੀ, ਸੀਰੀਅਸ ਹੋ ਜੂਗੀ, ਠੀਕ ਹੈ। ਬੱਚੇ ਨੂੰ ਬੱਚੇ ਵਾਲੇ ਤਰੀਕੇ ਨਾਲ ਵੀ ਟਰੀਟ ਕੀਤਾ ਜਾਊਗਾ, ਬੱਚੇ ਨੂੰ ਫਰੈਂਡਲੀ ਤਰੀਕੇ ਨਾਲ ਵੀ ਟਰੀਟ ਕੀਤਾ ਜਾ ਸਕਦਾ ਹੈ, ਲੇਕਿਨ ਅਗਰ ਪ੍ਰੋਬਲਮ ਸੀਰੀਅਸ ਹੋ ਜਾਂਦੀ ਹੈ ਇਸ ਪੈਰੈਂਟਿੰਗ ਸਟਾਈਲ ਦੇ ਵਿੱਚ ਤਾਂ ਹੀ ਬੱਚੇ ਨੂੰ ਪਨਿਸ਼ ਕੀਤਾ ਜਾਊਗਾ, ਅਦਰ ਬੱਚੇ ਨੂੰ ਪਨਿਸ਼ਮੈਂਟ ਨਹੀਂ ਦਿੱਤੀ ਜਾਂਦੀ, ਠੀਕ ਹੈ। ਧਿਆਨ ਰੱਖਣਾ, ਕਿਉਂਕਿ ਬੱਚੇ ਤੇ ਜਿਹੜਾ ਇਹਦੇ ਵਿੱਚ ਕਹਿ ਸਕਦੇ ਇੱਕ ਤਰ੍ਹਾਂ ਦੀਆਂ ਬੱਚੇ ਦੀ ਹਰੇਕ ਜਿਹੜੀ ਵਿਸ਼ਿਸ ਨੇ ਜਾਂ ਇੱਛਾਵਾਂ ਨੇ ਜਾਂ ਡਿਜ਼ਾਇਰ ਨੇ ਫੁੱਲਫਿਲ ਕੀਤੀ ਜਾਣਗੀਆਂ, ਲੇਕਿਨ ਜਦੋਂ ਪ੍ਰੋਬਲਮ ਸੀਰੀਅਸ ਹੋ ਜਾਂਦੀ ਹੈ, ਬੱਚੇ ਨੇ ਕੋਈ ਗਲਤ ਕੰਮ ਕੀਤਾ ਹੋਊਗਾ, ਬੱਚੇ ਨੂੰ ਉਦੋਂ ਹੀ ਕੀ ਦਿੱਤੀ ਜਾਊਗੀ, ਪਨਿਸ਼ਮੈਂਟ ਦਿੱਤੀ ਜਾਊਗੀ। ਹਰ ਇੱਕ ਵਾਰ ਡੰਡਾ ਨਹੀਂ ਰੱਖਿਆ ਜਾਊਗਾ ਸਿਰ ਦੇ ਉੱਤੇ ਕਿ ਹਾਂ ਹੁਣ ਮਤਲਬ ਕਿ ਤੈਨੇ ਗਲਤੀ ਕੀਤੀ ਹੁਣ ਡੰਡਾ ਲੱਗੇਗਾ ਜਾਂ ਪਏਗਾ, ਠੀਕ ਹੈ। ਐਸਾ ਕੁਛ ਨਹੀਂ ਹੈ। ਪੇਰੈਂਟਸ ਸਾਡੇ ਵਾਸਤੇ ਕੀ ਹੁੰਦੇ ਨੇ ਇਹਦੇ ਵਿੱਚ ਲੀਨੀਅੰਟ ਹੁੰਦੇ ਨੇ, ਲੇਕਿਨ ਜ਼ਿਆਦਾ ਲੀਨੀਅੰਸ ਵੀ ਕਹਿੰਦੇ ਨੇ ਨਾ ਬੱਚੇ ਦਾ ਫਿਊਚਰ ਖਰਾਬ ਕਰ ਦਿੰਦੀ ਹੈ, ਤਾਂ ਉਹਦਾ ਇਫੈਕਟ ਆਪਾਂ ਫਿਲਹਾਲ ਬਾਅਦ 'ਚ ਦੇਖਦੇ ਹਾਂ। ਈਵਨ ਕਿ ਇਹਦੇ ਵਿੱਚ ਕੀ ਦੱਸਿਆ ਕਿ ਪੇਰੈਂਟਸ ਕੀ ਹੋਣਗੇ, ਲੀਨੀਅੰਟ ਹੋਣਗੇ। ਦੇ ਆਰ ਓਨਲੀ ਪੁਨਿਸ਼ ਚਿਲਡਰਨ, ਆਪਣੇ ਬੱਚੇ ਨੂੰ ਉਦੋਂ ਹੀ ਪੁਨਿਸ਼ ਕਰਨਗੇ ਜਦੋਂ ਪ੍ਰੋਬਲਮ ਬਹੁਤ ਜ਼ਿਆਦਾ ਕੀ ਹੋ ਜੂਗੀ, ਸੀਰੀਅਸ ਹੋ ਜੂਗੀ, ਠੀਕ ਹੈ। ਉਸ ਤੋਂ ਬਾਅਦ ਸੈਕਿੰਡ ਪੁਆਇੰਟ ਇੰਪੋਰਟੈਂਟ ਸੀਗਾ। ਹੁਣ ਥਰਡ ਪੁਆਇੰਟ ਦੇਖੋ ਕੀ ਕਹਿੰਦਾ ਹੈ, ਹੈਵ ਅ ਕਿਡਸ ਵਿਲ ਕਿਡਸ, ਠੀਕ ਹੈ। ਬੱਚੇ ਬੱਚੇ ਹੀ ਰਹਿਣਗੇ, ਇਸ ਤਰ੍ਹਾਂ ਐਟੀਟਿਊਡ ਵੀ ਹੁੰਦਾ ਹੈ। ਐਂਡ ਹੈਵ ਟ੍ਰੀਟ ਕਿਡਸ ਲਾਈਕ ਅ ਫਰੈਂਡ, ਔਰ ਜਦੋਂ ਵੀ ਬੱਚੇ ਨਾਲ ਕੋਈ ਗੱਲ ਸ਼ੇਅਰ ਕੀਤੀ ਜਾਂਦੀ ਹੈ ਤਾਂ ਇਹ ਨਹੀਂ ਦੇਖਿਆ ਜਾਊਗਾ ਕਿ ਤੁਹਾਡੇ ਪੇਰੈਂਟਸ ਨੇ, ਠੀਕ ਹੈ, ਤੇ ਬੱਚੇ ਨਾਲ ਫਰੈਂਡਲੀ ਤਰੀਕੇ ਨਾਲ ਕੀ ਕਰਨਗੇ, ਟ੍ਰੀਟ ਕਰਨਗੇ, ਠੀਕ ਹੈ। ਨੈਕਸਟ ਆਓ ਪੁਆਇੰਟ ਗੱਲ ਕਰ ਰਹੇ ਹਾਂ, ਡੂ ਨਾਟ ਡਿਸਕਰੇਜ ਦੇਅਰ ਚਿਲਡਰਨ ਫਰੋਮ ਡੂਇੰਗ ਦ ਬੈਡ ਥਿੰਗਸ। ਹੁਣ ਇੱਥੇ ਜਿਹੜੇ ਮਾਤਾ ਪਿਤਾ ਹੋਣਗੇ ਬੱਚੇ ਨੂੰ ਮਾੜਾ ਕੰਮ ਹੋਣ ਤੋਂ ਨਿਰਾਸ਼ ਨਹੀਂ ਹੋ ਸਕਦੇ, ਕੀ ਪਤਾ ਉਸ ਚੀਜ਼ ਦੇ ਵਿੱਚ ਕਿਸੇ ਦਾ ਭਲਾ ਵੀ ਹੁੰਦਾ ਹੋਵੇ, ਠੀਕ ਹੈ। ਮਤਲਬ ਕਿ ਮੈਂ ਕਹਿ ਸਕਦਾ ਇਹਦੇ ਵਿੱਚ ਇੱਕ ਤਰ੍ਹਾਂ ਦੀ ਬੱਚੇ ਜਿਹੜੇ ਪੇਰੈਂਟਸ ਹੁੰਦੇ ਨੇ ਸਿਚੁਏਸ਼ਨ ਨੂੰ ਦੇਖ ਕੇ ਬੱਚੇ ਨੂੰ ਕੀ ਕੀਤੀ ਜਾਊਗੀ, ਇਹਦੇ ਵਿੱਚ ਪਨਿਸ਼ਮੈਂਟ ਦਿੱਤੀ ਜਾਂਦੀ ਹੈ। ਅਦਰਵਾਈਜ਼ ਐਸਾ ਕੁਛ ਨਹੀਂ ਹੈ ਕਿ ਬੱਚੇ ਨੂੰ ਹਮੇਸ਼ਾ
ਇੱਕ ਮੰਮੀ ਪਾਪਾ ਦਾ ਡਰ ਬਣਿਆ ਰਹੇ ਵੀ ਹਾਏ ਜਦੋਂ ਮੇਰੇ ਤੋਂ ਗਲਤੀ ਹੋ ਗਈ ਤਾਂ ਓਬਵੀਅਸ ਮੰਮੀ ਪਾਪਾ ਦੀ ਡਾਂਟ ਪੈ ਸਕਦੀ ਹੈ, ਠੀਕ ਹੈ। ਹੁਣ ਜੇ ਪੇਰੈਂਟਸ ਲੀਨੀਅੰਟ ਨੇ ਕਹਿ ਸਕਦੇ ਆ, ਠੀਕ ਹੈ। ਦੂਸਰੀ ਗੱਲ, ਜਦੋਂ ਇੱਕ ਪ੍ਰੋਬਲਮ ਸੀਰੀਅਸ ਹੋਏਗੀ ਤਾਂ ਬੱਚੇ ਨੂੰ ਉਹਦੀ ਪਨਿਸ਼ਮੈਂਟ ਦਿੱਤੀ ਜਾਊਗੀ, ਤੇਰਾ ਇਫੈਕਟ ਬੱਚੇ ਉੱਤੇ ਕੀ ਪਏਗਾ। ਤੇ ਪਹਿਲੀ ਲਾਈਨ ਦੇ ਵਿੱਚ ਹੀ ਪੂਰੇ ਵਰਡ ਦਿੱਤੇ ਹੋਏ ਨੇ ਫਿਲਹਾਲ ਇਸ ਦੇ ਵਿੱਚ, ਆਰ ਅਲਾਊਡ ਟੂ ਡੂ ਵਟ ਦੇ ਵਾਂਟ। ਹੁਣ ਇਹਦੇ ਵਿੱਚ ਬੱਚੇ ਨੂੰ ਇਹ ਇਜਾਜ਼ਤ ਦੇ ਦਿੱਤੀ ਜਾਂਦੀ ਹੈ ਕਿ ਉਹ ਜੋ ਕੁਝ ਕਰਦੇ ਪਏ ਨੇ ਉਹਨਾਂ ਨੂੰ ਕਰਨ ਦਿਓ, ਠੀਕ ਹੈ। ਅਗਰ ਗਲਤ ਹੋਇਆ ਤਾਂ ਦੇਖਾਂਗੇ ਫਿਲਹਾਲ, ਲੇਕਿਨ ਜੋ ਬੱਚੇ ਨੂੰ ਕਿਹਾ ਜਾਂਦਾ, ਜੋ ਬੱਚਾ ਮੰਗਦਾ ਹੋਇਆ ਉਹ ਬੱਚੇ ਨੂੰ ਕੰਪਲੀਟ ਦਿੱਤਾ ਜਾਂਦਾ ਹੈ, ਬੱਚੇ ਦੀ ਫੁਲਫਿਸ਼ਨ ਕੀਤੀ ਜਾਂਦੀ ਹੈ, ਬੱਚੇ ਨੂੰ ਪੂਰੇ ਰਿਸੋਰਸਿਸ ਦਿੱਤੇ ਜਾਂਦੇ ਨੇ ਮਾਤਾ ਪਿਤਾ ਦੇ ਕੰਨੀ ਤੋਂ, ਠੀਕ ਹੈ। ਉਸ ਦਾ ਸੈਕਿੰਡ ਪੁਆਇੰਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹਦੇ ਵਿੱਚ। ਇਹ ਕੀ ਕਹਿੰਦਾ ਵੀ ਹੈ, ਗਰੋ ਅਪ ਵਿਦ ਨੋ ਰਿਸਪੈਕਟ ਫॉर ਅਥਾਰਟੀ। ਬੱਚਾ ਉਸ ਕੰਡੀਸ਼ਨ ਦੇ ਵਿੱਚ, ਉਸ ਇਨਵਾਇਰਨਮੈਂਟ ਦੇ ਵਿੱਚ ਪੈਦਾ ਹੁੰਦਾ ਹੈ, ਇਹ ਕਹਿ ਸਕਦਾ ਉਸ ਇਨਵਾਇਰਨਮੈਂਟ 'ਚ ਬੱਚਾ ਕੀ ਹੁੰਦਾ, ਵੱਡਾ ਹੁੰਦਾ, ਜਿਹਦੇ ਵਿੱਚ ਅਥਾਰਟੀ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ, ਮਤਲਬ ਪਰਮਿਸ਼ਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਬੱਚਾ ਜੋ ਕਰਦਾ ਪਿਆ ਉਹਨੂੰ ਕਰਨ ਦਿਓ। ਈਵਨ ਕਿ ਅਗਰ ਦੇਖਿਆ ਜਾਵੇ, ਅਗਰ ਇਹ ਚੀਜ਼ ਹੀ ਰਹਿ ਜਾਂਦੀ ਹੈ ਤਾਂ ਓਬਵੀਅਸ ਬੱਚੇ ਦਾ ਜਿਹੜਾ ਫਿਊਚਰ ਉਹ ਕੀ ਹੋ ਸਕਦਾ ਹੈ, ਖਰਾਬ ਹੋ ਸਕਦਾ ਹੈ। ਉੱਪਰ ਆਪਾਂ ਪੜ੍ਹ ਕੇ ਆਏ ਸੀ ਅਧਿਕਾਰੀ ਦੇ ਵਿੱਚ ਕਿ ਬੱਚਾ ਜਿਹੜਾ ਸਕੂਲ ਹੈ ਉਹ ਆਪਣੇ ਆਪ ਨੂੰ ਫਰੈਂਡਲੀ ਤਰੀਕੇ ਨਾਲ ਡੀਲ ਕਰੂਗਾ, ਕਿ ਜਿਹੜਾ ਉੱਥੇ ਸਕੂਲ ਹੈ ਉਹ ਸੁਸਾਇਟੀ ਵੀ ਹੈ, ਉੱਥੇ ਪੜ੍ਹਾਈ ਵੀ ਵਧੀਆ ਹੁੰਦੀ ਹੈ। ਲੇਕਿਨ ਜਿਹੜੇ ਤੁਹਾਡੇ ਵਾਸਤੇ ਥਰਡ ਵਾਲਾ ਇੱਕ ਹੈਗਾ ਤੁਹਾਡੇ ਵਾਸਤੇ ਪਰਮਿਸਿਵ, ਉਹਦੇ ਵਿੱਚ ਕੀ ਕਹਿੰਦਾ ਕੀ ਹੈ, ਜਿਹੜਾ ਇਸ ਤਰ੍ਹਾਂ ਦਾ ਬੱਚਾ ਹੋਊਗਾ, ਅਗਰ ਪੇਰੈਂਟਸ ਦਾ ਰੋਪ ਨਾ ਹੋਇਆ ਤਾਂ ਓਬਵੀਅਸ ਬੱਚੇ ਨੂੰ ਐਕਸੀਡੈਂਟਲ ਵੇ ਦੇ ਨਾਲ, ਮੈਂ ਤੇ ਐਕਸੀਡੈਂਟਲ ਕਹੂੰਗਾ, ਐਕਸੀਡੈਂਟਲ ਵੇ ਦੇ ਨਾਲ ਆਪਣੇ ਐਕੈਡੈਮਿਕ ਪਰਫਾਰਮੈਂਸ ਦੇ ਵਿੱਚ ਕੀ ਕਰਨੀ ਪੈ ਸਕਦੀ ਹੈ, ਸਟਰਗਲਿੰਗ ਕੀਤੀ ਜਾ ਸਕਦੀ ਹੈ। ਕਿਉਂਕਿ ਅਗਰ ਕਹਿ ਸਕਦੇ ਕਿ ਬੱਚਾ ਪੇਰੈਂਟਸ ਦੇ ਕੰਨੀ ਤੋਂ ਲੀਨੀਅੰਟ ਹੈ ਔਰ ਪੇਰੈਂਟਸ ਵੀ ਲੀਨੀਅੰਟ ਨੇ, ਤਾਂ ਬੱਚਾ ਓਬਵੀਅਸ ਸਕੂਲ ਜਾਊਗਾ ਨਹੀਂ, ਉਹ ਕਲੱਬ ਜਾ ਸਕਦਾ ਹੈ, ਕੋਈ ਗਲਤ ਚੀਜ਼ਾਂ ਦੇ ਸ਼ਿਕਾਰ ਹੋ ਸਕਦਾ ਹੈ, ਤਾਂ ਉੱਥੇ ਬੱਚੇ ਦਾ ਐਕੈਡੈਮਿਕ ਜਿਹੜੀ ਪਰਫਾਰਮੈਂਸ ਹੋਊਗੀ ਉਹ ਬਹੁਤ ਜ਼ਿਆਦਾ ਵੀਕ ਹੋ ਸਕਦੀ ਹੈ ਅਗਰ ਪੇਰੈਂਟਸ ਨੇ ਉਸ ਚੀਜ਼ ਨੂੰ ਨਾ ਸਮਝਣ ਦੀ ਕੋਸ਼ਿਸ਼ ਕੀਤੀ, ਠੀਕ ਹੈ। ਉਹ ਮਾਈਂਡ 'ਚ ਕੁਐਸਚਨ ਆਇਆ ਹੋਊਗਾ ਕਿ ਅਗਰ ਬੱਚੇ ਦਾ ਇਹਦੇ ਵਿੱਚ ਐਕੈਡੈਮਿਕ ਬਿਹੇਵੀਅਰ ਜਿਹੜਾ ਹੋਊਗਾ ਜਾਂ ਪਰਫਾਰਮੈਂਸ ਹੋਊਗਾ ਜ਼ਿਆਦਾ ਸਟਰਗਲਿੰਗ ਵਾਲਾ ਹੋਊਗਾ, ਇਹ ਕਹਿ ਸਕਦੇ ਕਿ ਪੇਰੈਂਟਸ ਨਿਗਲੈਕਟਫੁਲ ਹੋਣਗੇ। ਤਾਂ ਕੁਝ ਹੱਦ ਤੱਕ ਜਿਹੜੇ ਪੇਰੈਂਟਸ ਹੁੰਦੇ ਨੇ ਇਹਦੇ ਵਿੱਚ ਕੀ ਹੁੰਦੇ ਨੇ, ਨਜ਼ਰ ਅੰਦਾਜ਼ ਕਰਦੇ ਨੇ ਕਿ ਜੋ ਬੱਚਾ ਕਰਦਾ ਉਹਨੂੰ ਕਰਨ ਦਿਓ, ਠੀਕ ਹੈ। ਉਸ ਤੋਂ ਬਾਅਦ ਇਹਦੇ ਵਿੱਚ ਦੂਸਰਾ ਬਿਹੇਵੀਅਰ ਐਕਸਪ੍ਰੈਸ ਕੀ ਕੀਤਾ ਜਾਂਦਾ ਹੈ, ਟੈਂਡਸ ਟੂ ਟੇਕ ਅ ਮੇਕ ਪੂਅਰ ਲਾਈਫ ਚੋਇਸਿਸ ਬਿਕੋਜ਼ ਦੇ ਹੈਵ ਬੀਨ ਰੇਜ਼ਡ ਵਿਦ ਨੋ ਗਾਈਡੈਂਸ। ਹੁਣ ਇੱਥੇ ਵਿੱਚ ਕਹਿੰਦਾ ਕੀ ਹੈ, ਬੱਚੇ ਨੂੰ ਜਿਹੜੀ ਲਾਈਫ ਚੋਇਸ ਕਰਨੀ ਪੈਂਦੀ ਹੈ ਉਹ ਪੂਅਰ ਕਰਨੀ ਪੈਂਦੀ ਹੈ ਕਿਉਂਕਿ ਬੱਚੇ ਨੂੰ ਉੱਪਰ ਗਾਈਡੈਂਸ ਦੇਣ ਵਾਲਾ ਕੋਈ ਹੈ ਹੀ ਨਹੀਂ, ਠੀਕ ਹੈ। ਕਿਉਂਕਿ ਉੱਪਰ ਅਸੀਂ ਪੜ੍ਹ ਕੇ ਆਏ ਸੀ ਕਿ ਅਥਾਰਟੀ ਨਾਮ ਦੀ ਕੋਈ ਰਿਸਪੈਕਟ ਹੀ ਨਹੀਂ ਹੈ। ਪੇਰੈਂਟਸ ਦੇ ਜਿਹੜੇ ਹੈਗੇ ਨੇ ਉਦੋਂ ਹੀ ਪੁਨਿਸ਼ ਕਰਨਗੇ ਜਦੋਂ ਪ੍ਰੋਬਲਮ ਸੀਰੀਅਸ ਹੋ ਜਾਊਗੀ, ਠੀਕ ਹੈ। ਪਹਿਲਾਂ ਤਾਂ ਬੱਚੇ ਨੂੰ ਦੇਖਿਆ ਨਹੀਂ, ਲੇਕਿਨ ਜਦੋਂ ਬਾਅਦ ਦੇ ਵਿੱਚ ਜਿਹੜੀ ਕੰਡੀਸ਼ਨ ਐਪਲੀਕੇਬਲ ਹੋਈ ਹੈ ਬੱਚੇ ਉੱਤੇ ਉਹ ਬਹੁਤ ਜ਼ਿਆਦਾ ਪ੍ਰੋਮਿਨੈਂਟ ਹੋ ਚੁੱਕੀ ਹੈ, ਸੀਰੀਅਸ ਵਾਲੀ ਹੋ ਚੁੱਕੀ ਹੈ। ਹੁਣ ਉਹ ਪ੍ਰੋਬਲਮ ਤੋਂ ਓਵਰਕਮ ਕਰਨ ਵਾਸਤੇ, ਉਹਦਾ ਸਾਹਮਣਾ ਕਰਨ ਵਾਸਤੇ ਬੱਚੇ ਨੂੰ ਬਾਅਦ ਵਿੱਚ ਸਟ੍ਰਿਕਟ ਕਰੋਗੇ, ਬੱਚੇ ਉੱਤੇ ਰੂਲਸ ਐਪਲੀਕੇਬਲ ਕਰੋਗੇ ਨਹੀਂ, ਪਹਿਲਾਂ ਹੀ ਓਬਵੀਅਸ ਪੇਰੈਂਟਸ ਨੂੰ ਇਸ ਤਰ੍ਹਾਂ ਹੋਣਾ ਜ਼ਰੂਰੀ ਹੈ ਤਾਂ ਕਿ ਉਹ ਸੀਰੀਅਸ ਪ੍ਰੋਬਲਮ ਬੱਚੇ ਸਾਹਮਣੇ ਆਵੇ ਹੀ ਨਾ, ਠੀਕ ਹੈ। ਤਾਂ ਗਾਈਡੈਂਸ ਨਹੀਂ ਦਿੱਤੀ ਜਾਂਦੀ ਇਸ ਚੀਜ਼ ਨੂੰ ਲੈ ਕੇ। ਤਾਂ ਮੈਂ ਕੁਝ ਹੱਦ ਤੱਕ ਕਹੂੰਗਾ ਕਿ ਜਿਹੜੀ ਆਵਲੀ ਪੈਰੈਂਟਿੰਗ ਸਟਾਈਲ ਹੈ ਸਾਡੇ ਵਾਸਤੇ ਨਿਗਲੈਕਟਫੁਲ ਹੋ ਸਕਦੀ ਹੈ। ਇਸ ਕਰਕੇ ਬੱਚੇ ਕਨਫਿਊਜ਼ ਹੁੰਦੇ ਨੇ ਕਿ ਨਿਗਲੈਕਟਫੁਲ ਸਾਡੇ ਵਾਸਤੇ ਅਨਇਨਵੋਲਵ ਵੀ ਬਣ ਜਾਂਦੀ ਹੈ ਔਰ ਪਰਮਿਸਿਵ ਬਣ ਜਾਂਦੀ ਹੈ। ਲੇਕਿਨ ਕੁਝ ਹੱਦ ਤੱਕ ਇਹ ਅਗਰ ਮੰਨ ਕੇ ਚੱਲੋ ਅਗਰ ਆਪਣੇ 'ਚ 60% ਹੈ, ਠੀਕ ਹੈ, ਉਹ ਆਪਣੇ ਇਹਦੇ ਵਿੱਚ ਕੀ ਹੋਊਗੀ, ਇਹ 100% ਹੀ ਹੋਊਗੀ, ਠੀਕ ਹੈ। ਇਸ ਤਰ੍ਹਾਂ ਤੁਸੀਂ ਕ੍ਰਾਈਟੇਰੀਆ ਰੱਖ ਸਕਦੇ ਹੋ ਕਿਉਂਕਿ ਇਹ ਵੀ ਸਾਡੇ ਵਾਸਤੇ ਨਿਗਲੈਕਟਫੁਲ ਹੈ ਪਰਮਿਸਿਵ ਵਾਲੀ, ਔਰ ਇਹ ਵੀ ਸਾਡੇ ਵਾਸਤੇ ਕੀ ਹੋਊਗੀ, ਨਿਗਲੈਕਟਫੁਲ ਹੋਊਗੀ। ਲੇਕਿਨ ਇਹ 60% ਤੱਕ ਹੈ, ਜ਼ਿਆਦਾ ਨਹੀਂ ਹੈ ਕਿਉਂਕਿ ਉਹਦੇ ਵਿੱਚ ਅਸੀਂ ਦੇਖਿਆ ਜਾਵੇ ਤਾਂ ਬੱਚੇ ਨੂੰ ਪਨਿਸ਼ਮੈਂਟ ਦਿੱਤੀ ਜਾਂਦੀ ਹੈ ਪਰਮਿਸਿਵ ਦੇ ਵਿੱਚ, ਲੇਕਿਨ ਜਦੋਂ ਪ੍ਰੋਬਲਮ ਕੀ ਹੋਊਗੀ, ਸੀਰੀਅਸ ਹੋਊਗੀ, ਠੀਕ ਹੈ। ਉਸ ਤੋਂ ਬਾਅਦ ਲਾਸਟ ਪੁਆਇੰਟ ਕਹਿੰਦਾ ਕੀ ਹੈ, ਲੈਕ देयर ऑन ਸੈਲਫ ਡਿਸਿਪਲਿਨ। ਹੁਣ ਉੱਪਰ ਅਸੀਂ ਪੜ੍ਹ ਕੇ ਆਏ ਸੀ ਕਿ ਅਧਿਕਾਰੀ ਦੇ ਵਿੱਚ ਕਿ ਜਿਹੜੇ ਪੇਰੈਂਟਸ ਹੁੰਦੇ ਨੇ ਬੱਚੇ ਤੋਂ ਤਾਨਾਸ਼ਾਹੀ ਦੇ ਵਿੱਚ ਜਿਹੜੇ ਪੇਰੈਂਟਸ ਹੁੰਦੇ ਨੇ ਬੱਚੇ ਤੋਂ ਬਹੁਤ ਜ਼ਿਆਦਾ ਹਾਈ ਐਕਸਪੈਕਟੇਸ਼ਨ ਰੱਖਦੇ ਨੇ ਆਪਣੇ ਕਰੀਅਰ ਗੋਲਸ ਨੂੰ ਲੈ ਕੇ, ਠੀਕ ਹੈ, ਕਿਉਂਕਿ ਸਾਰਾ ਡਿਸੀਜਨ ਪੇਰੈਂਟਸ ਦਾ ਹੀ ਹੁੰਦਾ ਹੈ। ਹੁਣ ਇਹਦੇ ਵਿੱਚ ਕੀ ਹੋਊਗਾ, ਇਹਦੇ 'ਚ ਬੱਚੇ ਦੇ ਵਿੱਚ ਕਮੀ ਆਊਗੀ, ਈਵਨ ਕਿ ਬੱਚਾ ਆਪਣਾ ਅਨੁਸ਼ਾਸਨ ਵੀ ਵਿਗਾੜ ਦਊਗਾ, ਘਰ ਦਾ ਅਨੁਸ਼ਾਸਨ ਦਾ ਕੀ ਰੱਖ ਪਾਊਗਾ, ਉਸ ਚੀਜ਼ ਦੀ ਕੀ ਹੁੰਦੀ ਹੈ, ਘਾਟ ਹੁੰਦੀ ਹੈ। ਤਾਂ ਧਿਆਨ ਰੱਖਣਾ ਬੱਚੇ ਕਨਫਿਊਜ਼ ਹੁੰਦੇ ਨੇ ਕਿਉਂਕਿ ਕੁਐਸਚਨ ਇਸ ਤਰ੍ਹਾਂ ਦੇ ਪੁੱਛੇ ਜਾਂਦੇ ਨੇ, ਤਾਂ ਤੁਸੀਂ ਰੇਂਜ ਦੇ ਅਕੋਰਡਿੰਗ ਲੈ ਕੇ ਚੱਲਣਾ ਵੀ ਇਹਦੀ ਜਿਹੜੀ ਰੇਂਜ ਹੁੰਦੀ ਹੈ 0 ਤੋਂ ਲੈ ਕੇ 60 ਤੱਕ ਹੁੰਦੀ ਹੈ ਨਿਗਲੈਕਟਫੁਲ ਨੂੰ ਲੈ ਕੇ, ਪਰਮਿਸਿਵ ਦੇ ਵਿੱਚ। ਲੇਕਿਨ ਜਿਹੜਾ ਅਗਲਾ ਪ੍ਰਿੰਟਿੰਗ ਸਟਾਈਲ ਆਊਗਾ ਜਿਹਦੀ ਆਪਾਂ ਗੱਲ ਕਰਾਂਗੇ ਫੋਰਥ ਪ੍ਰਿੰਟਿੰਗ ਸਟਾਈਲ, ਉਹ ਆਪਣੇ ਆਪ ਦੇ ਵਿੱਚ 100% ਨਿਗਲੈਕਟਫੁਲ ਹੋਊਗਾ, ਠੀਕ ਹੈ। ਇਹ ਧਿਆਨ ਰੱਖਣਾ ਜੋ ਸਾਡੇ ਵਾਸਤੇ ਫੋਰਥ ਹੈ ਜਿਹਨੂੰ ਅਸੀਂ ਕੀ ਬੋਲਦੇ ਹਾਂ ਅਨਇਨਵੋਲਵਡ ਪੈਰੈਂਟਿੰਗ ਸਟਾਈਲ, ਇਹਦੇ ਵਿੱਚ
ਬੱਚੇ ਨੂੰ ਉੱਤੇ ਕੋਈ ਨਹੀਂ ਧਿਆਨ ਦਿੱਤਾ ਜਾਂਦਾ। ਈਵਨ ਕਿ ਪੇਰੈਂਟਸ ਨਿਗਲੈਕਟਫੁਲ ਹੁੰਦੇ ਨੇ ਆਪਣੇ ਬੱਚੇ ਨੂੰ ਲੈ ਕੇ। ਮੈਂ ਇੱਕ ਵੈਸੇ ਸਮੱਸਿਆ ਦੱਸ ਸਕਦਾ, ਅਗਰ ਇਸ ਚੀਜ਼ ਨੂੰ ਸਮਝਣਾ ਹੈ। ਆਉਣੇ ਵਾਲੇ ਪੈਰੈਂਟਿੰਗ ਸਟਾਈਲ ਦੇ ਵਿੱਚ ਕੀ ਹੁੰਦਾ ਹੈ, ਮਤਲਬ ਬੱਚੇ ਨੂੰ ਤਾਂ ਇਗਨੋਰ ਹੀ ਕੀਤਾ ਜਾਂਦਾ ਹੈ, ਕਿਉਂਕਿ ਇਸ ਜਿਹੜੇ ਪੇਰੈਂਟਸ ਹੁੰਦੇ ਨੇ ਉਹ ਕੋਈ ਨਾ ਕੋਈ ਸਟ੍ਰੈਸ ਤੋਂ ਗੁਜ਼ਰ ਰਹੇ ਹੁੰਦੇ ਨੇ। ਮੰਨ ਕੇ ਚਲੋ ਅਗਰ ਕਿ ਪੈਸੇ ਦੀ ਕਮੀ ਹੈ, ਘਰੇ ਫਾਈਨੈਂਸ਼ੀਅਲ ਕੋਈ ਪ੍ਰੋਬਲਮ ਹੈ, ਤਾਂ ਫਸਟ ਆਫ ਆਲ ਜਿਹੜੇ ਪੇਰੈਂਟਸ ਹੁੰਦੇ ਨੇ ਘਰ ਦੇ ਵਿੱਚ, ਮਾਤਾ ਪਿਤਾ ਦੋਨੋਂ ਹੀ ਨੌਕਰੀ ਤੇ ਚਲੇ ਜਾਂਦੇ ਨੇ, ਉਹ ਦੋਨੋਂ ਹੀ ਪੈਸਾ ਜੁਟਾ ਕੇ ਲੈ ਕੇ ਆਉਂਦੇ ਨੇ ਤਾਂ ਕਿ ਫਾਈਨੈਂਸ਼ੀਅਲ ਸਟ੍ਰੈਸ ਨੂੰ ਦੂਰ ਕੀਤਾ ਜਾ ਸਕੇ। ਬੱਚੇ ਕੰਨੀ ਦਾ ਧਿਆਨ ਜਾਂਦਾ ਹੀ ਨਹੀਂ, ਬੱਚਾ ਜੋ ਕਰਦਾ ਹੈ ਉਹਨੂੰ ਕਰੀ ਜਾਣ ਦਿਓ, ਬੱਚਾ ਤਾਂ ਫਿਰ ਠੀਕ ਹੋ ਜਾਊਗਾ। ਲੇਕਿਨ ਜੋ ਸਾਡੀ ਦੇਣਦਾਰੀ ਪਈ ਹੈ ਜਾਂ ਸਾਡੀ ਜੋ ਹੈਲਥ ਪ੍ਰੋਬਲਮ ਹੈ, ਠੀਕ ਹੈ, ਉਹ ਸਾਡੀ ਸਭ ਤੋਂ ਪਹਿਲਾਂ ਦੂਰ ਹੋ ਜੇ। ਪਹਿਲਾਂ ਬੱਚੇ ਨੂੰ ਤਾਂ ਬਾਅਦ ਵਿੱਚ ਦੇਖਿਆ ਜਾ ਸਕਦਾ। ਇਹ ਸਾਡੇ ਵਾਸਤੇ ਹੈ ਅਨਇਨਵੋਲਵ, ਜਿਹਦੇ ਵਿੱਚ ਬੱਚੇ ਦੀ ਕਹਿ ਸਕਦੇ ਬੱਚੇ ਕਿਸੇ ਵੀ ਡਿਸੀਜ਼ਨ ਦੇ ਵਿੱਚ, ਕਰੀਅਰ ਗੋਲ ਦੇ ਵਿੱਚ ਪੇਰੈਂਟਸ ਦਾ ਕੋਈ ਵੀ ਕਹਿ ਸਕਦੇ ਇੱਕ ਤਰ੍ਹਾਂ ਦਾ ਇਨਵੋਲਵਮੈਂਟ ਹੁੰਦੀ ਨਹੀਂ ਹੈ। ਬੱਚੇ ਨੂੰ ਟੋਟਲੀ ਕੀ ਕੀਤਾ ਜਾਂਦਾ ਹੈ, ਨਿਗਲੈਕਟ ਕਰ ਦਿੱਤਾ ਜਾਂਦਾ ਹੈ, ਜਿਸ ਕਰਕੇ ਬੱਚੇ ਨੂੰ ਕਾਫੀ ਸਾਰੀ ਪ੍ਰੋਬਲਮ ਤੋਂ ਕੀ ਕਰਨਾ ਪੈਂਦਾ, ਗੁਜ਼ਰਨਾ ਪੈਂਦਾ। ਬਹੁਤ ਸਾਰੀ ਪ੍ਰੋਬਲਮ ਬੱਚੇ ਨੂੰ ਫੇਸ ਕਰਨੀ ਪੈਂਦੀਆਂ ਨੇ ਇਸ ਚੀਜ਼ ਦੇ ਵਿੱਚ। ਤਾਂ ਦੇਖਦੇ ਹਾਂ ਫੋਰਥ ਸਟਾਈਲ ਕੀ ਕਹਿੰਦਾ ਹੈ, ਅਨਇਨਵੋਲਵ ਪੈਰੈਂਟਿੰਗ ਸਟਾਈਲ। ਜਿਹੜੇ ਪੇਰੈਂਟਸ ਹੁੰਦੇ ਨੇ, ਮੈਂ ਤੁਹਾਨੂੰ ਕਹਿ ਚੁੱਕਿਆ ਸੀ, ਉਹ ਜ਼ਿਆਦਾ ਕੀ ਹੁੰਦੇ ਨੇ, ਨਿਗਲੈਕਟਫੁਲ ਹੁੰਦੇ ਨੇ। ਤਾਂ ਅਗਰ ਪੇਰੈਂਟਸ ਨਿਗਲੈਕਟਫੁਲ ਹੋਣਗੇ ਤਾਂ ਓਬਵੀਅਸ ਜਿਹੜਾ ਰਿਐਕਸ਼ਨ ਹੈ ਜਾਂ ਕਹਿ ਸਕਦੇ ਇਫੈਕਟ ਹੈ ਬੱਚੇ ਉੱਤੇ ਕਿਸ ਤਰ੍ਹਾਂ ਦਾ ਪੈ ਸਕਦਾ ਹੈ। ਤੇ ਦੂਸਰੀ ਗੱਲ ਕਹਿੰਦਾ ਕੀ ਹੈ, ਮੇ ਬੀ ਓਵਰ ਵੈਲਕਮ ਬਾਈ ਦਾ देयर ਅਦਰ ਲਾਈਫ ਪ੍ਰੋਬਲਮ ਐਂਡ ਇਗਨੋਰ देयर ਚਿਲਡਰਨ। ਹੁਣ ਇੱਥੇ ਗੱਲ ਕੀਤੀ ਗਈ ਹੈ ਕਿ ਜਿਹੜੇ ਪੇਰੈਂਟਸ ਹੁੰਦੇ ਨੇ ਉਹ ਵੱਧ ਤੋਂ ਵੱਧ ਕੀ ਕਹਿੰਦੇ ਨੇ, ਹੋਰ ਸਮੱਸਿਆ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ। ਮਤਲਬ ਕੋਈ ਲਾਈਫ ਪ੍ਰੋਬਲਮ ਕਿਹੜੀ ਮਰਜ਼ੀ ਹੋ ਸਕਦੀ ਹੈ, ਚਾਹੇ ਤੁਹਾਡੇ ਵਾਸਤੇ ਹੈਲਥ ਪ੍ਰੋਬਲਮ ਹੋ ਸਕਦੀ ਹੈ, ਠੀਕ ਹੈ, ਜਾਂ ਤੁਹਾਡੇ ਵਾਸਤੇ ਕੋਈ ਵੀ ਫਾਈਨੈਂਸ਼ੀਅਲ ਪ੍ਰੋਬਲਮ ਹੋ ਸਕਦੀ ਹੈ। ਬਹੁਤ ਸਾਰੀਆਂ ਐਸੀ ਸਮੱਸਿਆਵਾਂ ਨੇ ਜੋ ਜੀਵਨ ਦੇ ਵਿੱਚ ਆਉਂਦੀਆਂ ਨੇ। ਪਹਿਲਾਂ ਪੇਰੈਂਟਸ ਸੋਚਦੇ ਨੇ ਅਸੀਂ ਇਹ ਚੀਜ਼ ਕੰਪਲੀਟ ਕਰ ਲਈਏ, ਬੱਚੇ ਕੰਨੀ ਤਾਂ ਅਸੀਂ ਫਿਰ ਵੀ ਧਿਆਨ ਦਿੱਤਾ ਜਾਊਗਾ। ਮਤਲਬ ਬੱਚੇ ਨੂੰ ਕੀ ਕਰ ਦਿੱਤਾ ਜਾਂਦਾ, ਇਹਦੇ ਵਿੱਚ ਇਗਨੋਰ ਕਰ ਦਿੱਤਾ ਜਾਂਦਾ। ਜੋ ਵੀ ਦੂਸਰੀ ਸਮੱਸਿਆ ਨੇ ਪਹਿਲਾਂ ਉਹਨਾਂ ਨੂੰ ਕੀ ਕੀਤਾ ਜਾਂਦਾ, ਦੂਰ ਕੀਤਾ ਜਾਂਦਾ, ਕਿਉਂਕਿ ਪੇਰੈਂਟਸ ਉਹ ਤੋਂ ਜ਼ਿਆਦਾ ਕੀ ਨੇ, ਇਫੈਕਟਿਵ ਨੇ। ਬੱਚੇ ਤਾਂ ਇੰਨਾ ਇਫੈਕਟਿਵ ਨਹੀਂ ਹੈਗੇ ਜਿੰਨੇ ਉਹ ਦੂਸਰੀ ਪ੍ਰੋਬਲਮ ਤੋਂ ਕੀ ਨੇ, ਇਫੈਕਟਿਵ ਨੇ। ਜਾਂ ਫਾਈਨੈਂਸ਼ੀਅਲ ਸਟ੍ਰੈਸ ਹੁੰਦਾ ਹੈ, ਠੀਕ ਹੈ, ਕਿ ਪੈਸੇ ਦੇਣੇ ਹੈ ਜਾਂ ਪੈਸੇ ਨਹੀਂ ਹੈ, ਤਾਂ ਨੌਕਰੀ ਕਰਾਂਗੇ ਤਾਂ ਓਬਵੀਅਸ ਤਾਂ ਹੀ ਜਾ ਕੇ ਘਰ ਦੇ ਵਿੱਚ ਪੈਸੇ ਆਉਣਗੇ। ਇਹ ਚੀਜ਼ਾਂ ਦੀ ਪ੍ਰੋਬਲਮ ਪਾਈ ਜਾਂਦੀ ਹੈ, ਅਕਸਰ ਪਾਈ ਜਾਂਦੀ ਹੈ, ਠੀਕ ਹੈ। ਤਾਂ ਦੇਖਿਆ ਜਾਵੇ ਤਾਂ ਸੈਕਿੰਡ ਪੁਆਇੰਟ ਬਹੁਤ ਜ਼ਿਆਦਾ ਇੰਪੋਰਟੈਂਟ ਸੀਗਾ। ਉਸ ਦਾ ਨੈਕਸਟ ਪੁਆਇੰਟ ਕਹਿੰਦਾ ਕੀ ਹੈ, often do not know what their children are doing। ਈਵਨ ਕਿ ਪੇਰੈਂਟਸ ਨੂੰ ਇਹ ਵੀ ਨਹੀਂ ਪਤਾ ਕਿ ਬੱਚੇ ਉਹਦੇ ਕਰਦੇ ਕਿਵੇਂ ਨੇ। ਸਵੇਰੇ 8 ਵਜੇ ਨੌਕਰੀ ਤੇ ਚਲੇ ਜਾਂਦੇ ਨੇ, ਉਦੋਂ ਬੱਚਾ ਸੁੱਤਾ ਹੋਇਆ ਮਿਲਦਾ। ਸ਼ਾਮ ਨੂੰ ਜਦੋਂ ਆਉਂਦੇ ਨੇ ਉਦੋਂ ਬੱਚਾ ਸੁੱਤਾ ਹੋਇਆ ਮਿਲਦਾ। ਮਤਲਬ ਸਿਰਫ ਬੱਚੇ ਨੂੰ ਸੁੱਤਾ ਹੋਇਆ ਪਾਇਆ ਜਾਂਦਾ ਹੈ ਕਮ ਸੇ ਕਮ। ਈਵਨ ਕਿ ਪ੍ਰੋਬਲਮ ਇਹੀ ਹੈ ਕਿ 12 13 ਘੰਟੇ ਇਸ ਦੇ ਵਿੱਚ ਬੱਚੇ ਦੇ ਜਿਹੜੇ ਮਾਪੇ ਨੇ ਜਾਂ ਪੇਰੈਂਟਸ ਨੇ, ਉਹ ਕੀ ਨੇ, ਹਮੇਸ਼ਾ ਆਪਣੇ ਕੰਮ ਦੇ ਵਿੱਚ ਉਲਝੇ ਹੋਏ ਨੇ, ਆਪਣੇ ਕੰਮ ਦੇ ਵਿੱਚ ਹੀ ਬਿਜ਼ੀ ਨੇ। ਬੱਚੇ ਕੰਨੀ ਕੋਈ ਵੀ ਧਿਆਨ ਨਹੀਂ ਜਾਂਦਾ। ਇਹ ਐਕਸਪੈਕਟ ਕੀਤਾ ਜਾਂਦਾ ਕਿ ਬੱਚੇ ਜਿਹੜੇ ਹੈਗੇ ਨੇ ਉਹ ਖੁਦ ਸਮਝ ਜਾਣਗੇ, ਬੱਚੇ ਜਦੋਂ ਬੜੇ ਹੋਣਗੇ ਖੁਦ ਸਮਝ ਜਾਣਗੇ। ਜਾਂ ਫਿਰ ਕਹਿ ਸਕਦੇ ਹਾਂ ਈਵਨ ਕਿ ਜਿਹੜੇ ਬੱਚੇ ਤੋਂ ਐਕਸਪੈਕਟੇਸ਼ਨ ਕੀਤੀ ਜਾਂਦੀਆਂ ਨੇ ਉਹ ਉਦੋਂ ਦੇਖੀ ਜਾ ਸਕਦੇ ਹਨ ਜਦੋਂ ਅਸੀਂ ਖੁਦ ਠੀਕ ਹੋ ਜਾਵਾਂਗੇ। ਪੇਰੈਂਟਸ ਇਹ ਸੋਚਦੇ ਨੇ ਫਿਲਹਾਲ। ਹੁਣ ਜੇ ਪੇਰੈਂਟਸ ਇਸ ਤਰ੍ਹਾਂ ਸੋਚਦੇ ਗਏ ਨੇ, ਉਹਨਾਂ ਦਾ ਇਸ ਤਰ੍ਹਾਂ ਦਾ ਸਟਾਈਲ ਹੈ, ਤਾਂ ਓਬਵੀਅਸ ਬੱਚੇ ਉੱਤੇ ਕੀ ਇਫੈਕਟ ਪਊਗਾ। ਹੁਣ ਆਪਾਂ ਉਹਨਾਂ ਇਫੈਕਟ ਦੀ ਗੱਲ ਕਰਦੇ ਹਾਂ। ਤਾਂ ਫਸਟ ਆਫ ਆਲ ਤੁਹਾਡੇ ਸਾਹਮਣੇ ਲਿਖਿਆ ਹੋਇਆ ਹੈ, ਅਗਰ ਨਿਗਲੈਕਟਫੁਲ ਨੇ ਪੇਰੈਂਟਸ ਤਾਂ ਓਬਵੀਅਸ ਬੱਚੇ ਨੂੰ ਬਹੁਤ ਸਾਰੀ ਪ੍ਰੋਬਲਮਸ ਆ ਸਕਦੀਆਂ ਨੇ। ਈਵਨ ਕਿ ਸੁਸਾਇਟੀ ਨਹੀਂ ਬੱਚਾ ਚੰਗੇ ਤਰੀਕੇ ਨਾਲ ਬਣਾ ਸਕਦਾ, ਠੀਕ ਹੈ। ਈਵਨ ਕਿ ਬੱਚੇ ਦੇ ਕਹਿ ਸਕਦੇ ਕਿ ਐਕੈਡਮਿਕ ਪਰਫਾਰਮੈਂਸ ਬਹੁਤ ਜ਼ਿਆਦਾ ਪੂਅਰ ਹੋਏਗੀ, ਜਾਂ ਈਵਨ ਕਿ ਪੂਅਰ ਵੀ ਕਹਿ ਸਕਦੇ ਕਿ ਬੱਚਾ ਕੀ ਸਕੂਲ ਹੀ ਨਾ ਜਾਂਦਾ ਹੋਵੇ, ਪੇਰੈਂਟਸ ਫੀਸ ਭਰਦੇ ਰਹਿਣ, ਪੇਰੈਂਟਸ ਦੇਖਦੇ ਨਾ ਹੋਣ ਬੱਚੇ ਨੂੰ ਕਿ ਉਹ ਕਰਦਾ ਕੀ ਵੀ ਹੈ, ਤਾਂ ਓਬਵੀਅਸ ਬੱਚਾ ਸਕੂਲ ਦੇ ਨਾਂ ਨੂੰ ਹੇਟ ਕਰੂਗਾ। ਈਵਨ ਕਿ ਬੱਚਾ ਬਹੁਤ ਜ਼ਿਆਦਾ ਨਿਗਲੈਕਟਫੁਲ ਹੋਊਗਾ ਆਪਣੇ ਪੇਰੈਂਟਸ ਨੂੰ ਲੈ ਕੇ ਵੀ। ਕੁਡ ਫੇਸ ਅ ਲੋਟ ਆਫ ਪ੍ਰੋਬਲਮ ਇਨ ਦੇਅਰ ਲਾਈਫ ਦੀ ਬਹੁਤ ਸਾਰੀ ਪ੍ਰੋਬਲਮ ਆ ਸਕਦੀਆਂ ਨੇ, ਠੀਕ ਹੈ। ਇਹ ਫੈਕਟ ਹੈ ਇੱਕ ਤਰ੍ਹਾਂ ਦਾ। ਔਰ ਨੈਕਸਟ ਪੁਆਇੰਟ ਸਾਡੇ ਵਾਸਤੇ ਕਹਿੰਦਾ ਕਿ ਇਹਦੇ ਵਿੱਚ ਲੈਕ ਸੈਲਫ ਕੰਟਰੋਲ, ਬੱਚੇ ਦਾ ਆਪਣੇ ਉੱਤੇ ਕੰਟਰੋਲ ਘੱਟ ਹੋਊਗਾ, ਠੀਕ ਹੈ। ਬੱਚਾ ਗਲਤ ਚੀਜ਼ਾਂ ਦਾ ਸ਼ਿਕਾਰ ਵੀ ਹੋ ਸਕਦਾ, ਈਵਨ ਕਿ ਮੈਂਟਲ ਇਸ਼ੂਜ਼ ਵੀ ਆ ਸਕਦੇ ਨੇ, ਠੀਕ ਹੈ। ਵੈਸੇ ਮੈਂਟਲ ਇਸ਼ੂਜ਼ ਅਗਰ ਗੱਲ ਕਰੀਏ ਤਾਂ ਅਰਲੀ ਚਾਈਲਡਹੁੱਡ ਦੇ ਵਿੱਚ ਤਾਂ ਨਹੀਂ ਆ ਸਕਦੇ, ਲੇਕਿਨ ਲੇਟਰ ਚਾਈਲਡਹੁੱਡ ਦੇ ਵਿੱਚ ਆ ਸਕਦੇ ਨੇ, ਕਿਉਂਕਿ ਜਿਹੜੇ ਪੇਰੈਂਟਸ ਨੇ ਉਹਨਾਂ ਦੀ ਖੁਦ ਦੀ ਬੈਕ ਸਟਰੋਂਗ ਨਹੀਂ ਹੈ, ਤਾਂ ਬੱਚੇ ਨੂੰ ਕੀ ਤਰ੍ਹਾਂ ਸਟਰੋਂਗ ਬਣਾ ਸਕਦੇ ਨੇ, ਠੀਕ ਹੈ। ਕੋਈ ਨਾ ਕੋਈ ਇਸ਼ੂਜ਼ ਐਸੇ ਆਉਂਦੇ ਨੇ ਇਸ ਪੁਆਇੰਟ ਦੇ ਵਿੱਚ ਤਾਂ ਕਿ ਉਹਦਾ ਇਫੈਕਟ ਬੱਚੇ ਉੱਤੇ ਪੂਰ ਹੀ ਪੈਂਦਾ ਹੈ, ਠੀਕ ਹੈ। ਔਰ ਦੂਸਰੀ ਗੱਲ ਕੀਤੀ ਗਈ ਹੈ ਲੈਕ ਸੈਲਫ ਸਟੀਮ। ਬੱਚਾ ਓਬਵੀਅਸ ਹੈ ਇਹਦੇ ਉੱਤੇ ਆਪਣੀ ਇੱਜ਼ਤ ਦਾ ਕੀ ਕਰਵਾਏਗਾ, ਪੇਰੈਂਟਸ ਦੀ ਇੱਜ਼ਤ ਵੀ ਨਹੀਂ ਮੰਨੀ ਜਾਂਦੀ ਹੁੰਦੀ, ਕਿਉਂਕਿ ਹਮੇਸ਼ਾ ਘਰ ਦੇ ਜਾਂ ਸਮਾਜ ਇਹ ਕਹਿ ਦਿੰਦਾ ਇਹਨਾਂ ਬੱਚਿਆਂ ਨੂੰ ਕਿ ਤੇਰੇ ਮਾਪਿਆਂ ਦੀ ਬੈਕ ਸਹੀ ਨਹੀਂ ਹੈ, ਤੂੰ ਸਾਡੇ ਬੱਚੇ ਨਾਲ ਰਹਿਣਾ ਦੂਰ ਕਰ ਦੇ, ਠੀਕ ਹੈ। ਇਸ ਤਰ੍ਹਾਂ ਦੀ ਕਮੀਆਂ ਆਉਂਦੀਆਂ ਨੇ। ਅਮੀਰੀ ਔਰ ਗਰੀਬੀ ਦਾ ਭੇਦਭਾਵ ਵੀ ਈਵਨ ਕਿ ਇਹਦੇ ਵਿੱਚ ਪਾਇਆ ਜਾਂਦਾ ਹੈ ਇਸ ਚੀਜ਼ ਨੂੰ ਲੈ ਕੇ।
और दूसरी गल मेनली अगर मैं गल करा इस तरह जो बच्चे होंगे ने और ज़्यादा तो ज़्यादा मोर प्रोमिनेंट अगर मैं गल करा तो उन्होंने बच्चों को मैंटल इशूज़ बहुत ज़्यादा आते हैं ईवन कि जो समाज तो गल्लां सुनते हैं अपने पेरेंट्स दियां ठीक है या फिर अपने बारे कोई थॉट सुनते हैं अपने फ्रेंड सर्कल दे विच ਤਾਂ ऐसे बच्चे एडोलसेंट ਦੇ ਵਿੱਚ ਹਮੇਸ਼ਾ ਇੱਕ ਥੋਟ ਲੈ ਕੇ ਆਉਂਦੇ ਨੇ ਇੱਕੋ ਹੀ ਮੇਨ ਉਹਨਾਂ ਦਾ ਲਾਸਟ ਵਿੱਚ ਇੱਕ ਰਿਜ਼ਲਟ ਰਹਿ ਜਾਂਦਾ ਜਾਂ ਕਹਿ ਸਕਦੇ ਥੋਟ ਰਹਿ ਜਾਂਦਾ ਕਿ ਸੁਸਾਈਡ ਕਰ ਲਈਏ ਜੋ ਬਹੁਤ ਸਾਰਾ ਗਲਤ ਪੁਆਇੰਟ ਹੈ ਇੱਕ ਤਰ੍ਹਾਂ ਕਹਿ ਸਕਦੇ ਅੱਜ ਦੇ ਸਮਾਜ ਨੂੰ ਲੈ ਕੇ ਤੇ ਜਿਹਦੇ ਵਿੱਚ ਇਹ ਸੁਸਾਈਡਲ ਬਿਹੇਵੀਅਰ ਬਹੁਤ ਜ਼ਿਆਦਾ ਅਕਸਰ ਦੇਖਣ ਨੂੰ ਮਿਲਦੇ ਨੇ ਜਦੋਂ ਪੇਰੈਂਟਸ ਆਪਣੇ ਬੱਚੇ ਨੂੰ ਲੈ ਕੇ ਕੀ ਹੋਣਗੇ ਨੈਗਲੈਕਟਫੁਲ ਹੋਣਗੇ ਇਹ ਤੁਹਾਡਾ ਆਪਣਾ ਅੱਜ ਦਾ ਟੌਪਿਕ ਸੀਗਾ ਜਿਹਦੇ 'ਚ ਆਪਾਂ ਪੈਰੈਂਟਿੰਗ ਸਟਾਈਲ ਦੀ ਗੱਲ ਕੀਤੀ ਸੀ 4 ਪੈਰੈਂਟਿੰਗ ਸਟਾਈਲ ਦੀ ਗੱਲ ਕੀਤੀ ਸੀ ਆਪਾਂ ਫਿਲਹਾਲ ਕਿ ਐਕਸਪੈਕਟੇਸ਼ਨਸ ਕਿਹਦੇ ਵਿੱਚ ਜ਼ਿਆਦਾ ਹੁੰਦੀਆਂ ਨੇ ਪੇਰੈਂਟਸ ਲੀਐਂਟ ਕਿਹਦੇ ਵਿੱਚ ਹੁੰਦੇ ਨੇ ਕਿਹਦੇ ਵਿੱਚ ਨਹੀਂ ਹੈ ਅਗਰ ਫਿਰ ਵੀ ਕੋਈ ਡਾਊਟ ਹੈ ਤਾਂ ਪਲੀਜ਼ ਇਸ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ WhatsApp ਗਰੁੱਪ ਦਿੱਤਾ ਹੋਵੇ ਉਹਦੇ ਵਿੱਚ ਤੁਸੀਂ ਗਰੁੱਪ ਨੂੰ ਜੁਆਇਨ ਕਰਕੇ ਕੋਈ ਵੀ ਡਾਊਟ ਹੈ ਜਾਂ ਡੇਲੀ ਜਿਹੜੀ ਤੁਹਾਡੇ ਆਪਣੀਆਂ CDP ਨੂੰ ਲੈ ਕੇ ਵੀਡੀਓਜ਼ ਪੈਂਦੀਆਂ ਨੇ ਉਹਨੂੰ ਫਿਲਹਾਲ ਦੇਖ ਕੇ ਜਾਣਾ ਪੇਪਰ ਕਦੋਂ ਮਰਜ਼ੀ ਲਿੱਤਾ ਜਾ ਸਕਦਾ ਹੈ ਥੈਂਕ ਯੂ ਸੋ ਮਚ